ਸਤਿ ਸ਼੍ਰੀ ਅਕਾਲ ਦੋਸਤੋ। ਸਤਿ ਸ਼੍ਰੀ ਅਕਾਲ ਜੀ। ਸਾਡਾ ਇਹ ਜਿਹੜਾ ਨਵਾਂ ਪ੍ਰੋਗਰਾਮ ਪੜਚੋਲ, ਇਸ ਦੇ ਵਿੱਚ ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਸੋ ਮੇਰੇ ਨਾਲ ਜੁੜ ਚੁੱਕੇ ਨੇ ਸਾਡੇ ਜਿਹੜੇ ਸੀਨੀਅਰ ਪੱਤਰਕਾਰ ਮਿਸਟਰ ਨਿਰੰਜਨ ਸਿੰਘ ਲੈਲ ਸਰ, ਤੁਹਾਡਾ ਸਵਾਗਤ ਹੈ। ਬਹੁਤ-ਬਹੁਤ ਤੁਹਾਡਾ ਵੀ ਧੰਨਵਾਦ ਹੈ ਜੀ। ਹਾਂਜੀ, ਸੋ ਦੋਸਤੋ ਸਾਡਾ ਜਿਹੜਾ ਇਹ ਪ੍ਰੋਗਰਾਮ ਹੈ, ਇਸ ਪ੍ਰੋਗਰਾਮ ਦੇ ਜ਼ਰੀਏ ਅਸੀਂ ਜਿਹੜਾ ਵੱਖ-ਵੱਖ ਮੁੱਦਿਆਂ ਦੇ ਉੱਤੇ ਚਰਚਾ ਕਰਾਂਗੇ, ਜਿਹੜੇ ਕਿ ਮੁੱਦੇ ਅੱਜ ਦੇ ਦੌਰ ਵਿੱਚ ਬਹੁਤ ਜ਼ਿਆਦਾ ਤੇਜ਼ੀ ਦੇ ਨਾਲ ਉੱਭਰ ਰਹੇ ਨੇ ਤੇ ਰੁਕਣ ਦਾ ਕਿਤੇ ਵੀ ਨਾਮ ਨਹੀਂ ਲੈ ਰਹੇ। ਸੋ ਅੱਜ ਦਾ ਜਿਹੜਾ ਮੇਰਾ ਮੁੱਦਾ ਹੈ, ਮੈਨੂੰ ਸਭ ਤੋਂ ਵੱਧ ਬੀਇੰਗ ਏ ਫੀਮੇਲ ਜੋ ਮੈਂ ਮਹਿਸੂਸ ਕਰਦੀ ਹਾਂ ਸਰ, ਕਿ ਅੱਜ ਦੇ ਦੌਰ ਵਿੱਚ ਜਿਵੇਂ ਸਰਕਾਰ ਨੇ ਕਿੰਨੇ ਹੀ ਸਖਤ ਕਾਨੂੰਨ ਬਣਾਏ ਨੇ, ਕਿੰਨੇ ਹੀ ਉਹ ਕਰ ਦਿੱਤਾ ਹੈ ਕਿ ਫਾਂਸੀ ਦੀ ਸਜ਼ਾ ਤੱਕ ਜਦ ਕਿ ਉਹ ਕਰ ਦਿੱਤੀ ਹੈ, ਨਿਯੁਕਤ ਕਰ ਦਿੱਤੀ ਹੈ, ਪਰ ਫਿਰ ਵੀ ਜਿਹੜੇ ਰੇਪ ਕੇਸਿਸ ਹੈ ਉਹ ਦਿਨ ਪ੍ਰਤੀ ਦਿਨ ਵੱਧਦੇ ਹੀ ਜਾ ਰਹੇ ਨੇ, ਰੁਕਣ ਦਾ ਤਾਂ ਨਾਮ ਹੀ ਨਹੀਂ ਲੈ ਰਹੇ ਨੇ। ਹੋ ਸਕਦਾ ਹੈ ਮੈਂ ਕੁਝ ਮਾਤਾਵਾਂ ਭੈਣਾਂ ਨਾਲ ਵੀ ਗੱਲ ਕੀਤੀ ਸੀ, ਸੋ ਉਹਨਾਂ ਨੇ ਮੈਨੂੰ ਦੱਸਿਆ ਹੈ ਕਿ ਰੇਪ ਤਾਂ ਪਹਿਲਾਂ ਵੀ ਬਹੁਤ ਜ਼ਿਆਦਾ ਹੁੰਦੇ ਸੀ, ਪਰ ਗੱਲ ਵੱਖਰੀ ਹੈ ਕਿ ਅੱਜ ਦੇ ਦੌਰ ਵਿੱਚ ਸ਼ਾਇਦ ਮੀਡੀਆ ਕਰਕੇ ਜਾਂ ਅੱਜ ਦੀਆਂ ਕੁੜੀਆਂ ਜਿਹੜੀਆਂ ਉਹਨਾਂ ਦੇ ਹੌਸਲੇ ਕਾਫੀ ਬੁਲੰਦ ਹੋ ਚੁੱਕੇ ਨੇ, ਉਹ ਕੈਮਰੇ ਦੇ ਅੱਗੇ ਆ ਕੇ ਬੋਲਦੀਆਂ ਨੇ, ਉਹ ਦੱਸਦੀਆਂ ਨੇ ਤੇ ਕਿ ਉਹਨਾਂ ਨਾਲ ਕੀ ਹੋਇਆ, ਕੀ ਹਾਦਸਾ ਵਾਪਰਿਆ, ਤੇ ਸ਼ਾਇਦ ਇਸ ਕਰਕੇ ਕੇਸਿਸ ਜਿਹੜੇ ਵੱਧ ਗਏ ਨੇ। ਪਰ ਕਿਤੇ ਨਾ ਕਿਤੇ ਜਾ ਕੇ ਮੈਨੂੰ ਲੱਗਦਾ ਹੈ ਕਿ ਇਹ ਰੇਪ ਦੇ ਪਿੱਛੇ ਕਈ ਕਾਰਨ ਜ਼ਿੰਮੇਵਾਰ ਨੇ ਜੀ। ਜਿਵੇਂ ਕਿ ਅਸੀਂ ਐਗਜ਼ਾਮਪਲ ਦੇ ਤੌਰ ਤੇ ਮੈਂ ਤੁਹਾਨੂੰ ਦੱਸ ਰਹੀ ਹਾਂ, ਪਿੱਛੇ ਜਿਹੜਾ ਬਹੁਤ ਹੀ ਜ਼ਿਆਦਾ ਚਰਚਾ ਵਿੱਚ ਰਿਹਾ, ਸੋ ਮੈਨੂੰ ਨਹੀਂ ਲੱਗਦਾ ਸੀ ਕਿ ਇਸ ਤੋਂ ਬਾਅਦ ਆਪਣੇ ਇੰਡੀਆ ਦੇ ਵਿੱਚ ਕੋਈ ਸ਼ਰਮਨਾਕ ਘਟਨਾ ਹੋਰ ਵਾਪਰੇਗੀ। ਸ਼ਾਇਦ ਵੀ ਹੁਣ ਰੇਪ ਜਿਹੜੇ ਰੁਕ ਜਾਣਗੇ। ਆਪਾਂ ਗੱਲ ਕਰਦੇ ਹਾਂ 2012 ਦੇ ਵਿੱਚ ਨਿਰਭਇਆ ਕਾਂਡ ਜਿਹੜਾ ਹੋਇਆ ਸੀ ਜੀ, ਉਸ ਦੌਰ ਦੇ ਵਿੱਚ ਤੇ ਉਸ ਜਿਹੜਾ ਉਹ ਹਾਦਸਾ ਵਾਪਰਿਆ, ਉਸ ਦੇ ਵਿੱਚ ਜਿਹੜੇ ਅਪਰਾਧੀ ਸੀ ਉਹਨਾਂ ਨੇ ਸ਼ਾਇਦ ਸ਼ਰਮ ਦੀਆਂ ਸਾਰੀਆਂ ਹੀ ਹੱਦਾਂ ਪਾਰ ਕਰ ਦਿੱਤੀਆਂ ਸੀ, ਉਸ ਤੋਂ ਉੱਪਰ ਕੁਝ ਵੀ ਨਹੀਂ ਸੀ ਜੀ, ਠੀਕ ਹੈ ਜੀ। ਬਟ ਫਿਰ ਵੀ ਉਸ ਕੇਸ ਤੋਂ ਬਾਅਦ ਹੈ ਕਾਫੀ ਸਾਰੇ ਮਾਮਲੇ ਉੱਭਰ ਕੇ ਸਾਹਮਣੇ ਆ ਰਹੇ ਨੇ। ਸਭ ਤੋਂ ਪਹਿਲਾਂ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਰੇਪ ਦੇ ਪਿੱਛੇ ਕੀ ਕੀ ਕਾਰਨ ਹੋ ਸਕਦੇ ਨੇ? ਮੈਡਮ ਬਹੁਤ ਵਧੀਆ ਤੁਹਾਡਾ ਸਵਾਲ ਹੈ। ਇੱਕ ਤਾਂ ਤੁਸੀਂ ਇਹ ਹੈ ਵੀ ਅੱਜ ਬਹੁਤ ਮਤਲਬ ਐਵੇਂ ਸਰੋਂ ਦੇ ਫੁੱਲ ਵਾਂਗੂ ਨਿਖੜੇ ਪਏ ਹੋ। ਥੈਂਕ ਯੂ ਸਰ। ਠੀਕ ਹੈ, ਹਾਂਜੀ। ਤੇ ਇੱਕ ਤੁਸੀਂ ਵੀ ਸਰ ਅੱਜ ਵਧੀਆ ਕਲਰ ਦੀ ਪੱਗ ਬੰਨ ਕੇ ਆਏ ਹੋ, ਜਿਵੇਂ ਤੁਸੀਂ ਬਿਆਨ ਚੱਲੇ ਹੋ। ਬੰਦਾ ਮਤਲਬ ਆਪਣੇ ਆਪ ਨੂੰ ਸਵਾਰਦਾ ਹੈ, ਨਿਖਾਰਦਾ ਨਾ, ਤੇ ਉਹ ਇੱਕ ਨਵਾਂ ਹੀ ਮਤਲਬ ਜਿਹੜਾ ਉਹ ਲੱਗਦਾ ਹੈ। ਠੀਕ ਹੈ, ਤੇ ਤੁਹਾਡਾ ਜਿਹੜਾ ਦਾ ਇਸ਼ੂ ਹੈ ਜਾਂ ਜਿਹੜਾ ਤੁਸੀਂ ਇਹ ਮੁੱਦਾ ਲਿਆ ਨਾ, ਬੇਸਿਕਲੀ ਇਹ ਸਮਾਜ ਦੇ ਅੰਦਰ ਇਹਦੇ ਚਰਚਾ ਜਿਹੜੀ ਹੈ ਜਾਂ ਦੀ ਪੜਚੋਲ ਜਿਹੜੀ ਉਹ ਬਣਦੀ ਹੈ ਜੀ। ਪਿਛਲੇ ਸਮੇਂ ਦੀ ਗੱਲ ਜਦੋਂ ਕਰਦੇ ਆ ਨਾ ਆਪਾਂ, ਵੀ ਇਹ ਜਿਹੜੀਆਂ ਘਟਨਾਵਾਂ ਘਟ ਕਿਉਂ ਰਹੀਆਂ ਨੇ, ਮੇਨ ਪ੍ਰੋਬਲਮ ਤੇ ਇਹ ਹੈ ਵੀ ਇਹ ਪਹਿਲਾਂ ਜਿਹੜਾ ਪੁਰਾਣਾ ਸਾਡਾ ਯੁੱਗ ਸੀ, ਉਹਦੇ 'ਚ ਲੋਕਾਂ ਦਾ ਬਹੁਤ ਜ਼ਿਆਦਾ ਮੇਲ ਮਿਲਾਪ ਹੁੰਦਾ ਸੀ, ਪਿਆਰ ਹੁੰਦਾ ਸੀ, ਸਾਂਝੀਵਾਲਤਾ ਹੁੰਦੀ ਸੀ, ਘਰਾਂ ਦੇ ਵਿੱਚ ਜਿਹੜੇ ਉਹ ਸਾਂਝੇ ਪਰਿਵਾਰ ਸੀ, ਤੇ ਇੱਕ ਦੂਜੇ ਨੂੰ ਸ਼ਰਮ ਹਜਾ ਹੁੰਦੀ ਸੀ ਜੀ। ਜਦੋਂ ਦਾ ਇਹ ਸਾਡਾ ਉਹ ਪੁਰਾਣਾ ਜਿਹੜਾ ਜਿਹਨੂੰ ਆਪਾਂ ਪੁਰਾਣਾ ਕਹਿਤਾ, ਜਿਹਦੇ 'ਚ ਬਹੁਤ ਸਨੇਹ ਹੁੰਦੀ ਸੀ, ਬਹੁਤ ਕੁਛ ਹੁੰਦਾ ਸੀ, ਉਹ ਹੌਲੀ ਹੌਲੀ ਟੁੱਟਦਾ ਗਿਆ। ਟੁੱਟਣ ਦੇ ਕਾਰਨ ਕੀ ਹੋਏ ਵੀ ਲੋਕਾਂ ਨੇ ਇਹ ਕਹਿਤਾ ਵੀ ਅਸੀਂ ਤਾਂ ਐਡਵਾਂਸ ਹੋ ਗਏ ਹਾਂ, ਪੜ੍ਹ ਲਿਖ ਗਏ ਹਾਂ। ਉਹ ਪੜ੍ਹੇ ਲਿਖੇ ਹੋਣ ਦਾ ਜਿਹੜਾ ਮਤਲਬ ਕ੍ਰੈਡਿਟ ਮਿਲਣਾ ਸੀ ਨਾ, ਉਹ ਕ੍ਰੈਡਿਟ ਤਾਂ ਨਹੀਂ ਮਿਲਿਆ, ਪਰ ਉਹ ਦੂਸਰੇ ਪਾਸੇ ਜੁਰਮਾਂ ਵੱਲ ਜਿਹੜੀ ਆ ਉਹ ਗਿਣਤੀ ਜਿਹੜੀ ਆ ਉਹ ਵੱਧ ਗਈ ਜੀ। ਤੇ ਜਿਹੜੀ ਇਹ ਬਲਾਤਕਾਰ ਜਾਂ ਰੇਪ ਦੀ ਗੱਲ ਕਰਦੇ ਆ ਨਾ, ਇਹ ਰੇਪ ਦੇ ਪਿੱਛੇ ਵੀ ਸਾਡੀ ਉਹ ਮਾਨਸਿਕਤਾ ਹੀ ਕੰਮ ਕਰਦੀ ਆ ਜੀ। ਬਿਲਕੁਲ, ਕਿਉਂਕਿ ਸਾਡੇ ਉਦੋਂ ਜਦੋਂ ਕਿਸੇ ਕੁੜੀ ਨੇ ਕਾਲਜ ਜਾਣਾ, ਸਕੂਲ ਜਾਣਾ, ਜਾਂ ਕਿਸੇ ਕੁੜੀ ਨੇ ਬਾਹਰ ਨਿਕਲਣਾ, ਤਾਂ ਘੱਟੋ ਘੱਟ 10 ਪਿੰਡਾਂ ਨੂੰ ਪਤਾ ਹੁੰਦਾ ਸੀ ਵੀ ਫਲਾਣੇ ਦੀ ਧੀ ਭੈਣ ਹੈ ਜੀ, ਤਾਂ ਦੂਸਰੇ ਦੀ ਭੈਣ ਨੂੰ ਜਾਂ ਧੀ ਨੂੰ ਆਪਣੀ ਧੀ ਮੰਨ ਕੇ ਇਹ ਚੱਲਦੇ ਸੀ। ਪਰ ਅੱਜ ਜਿਹੜਾ ਯੁੱਗ ਹੈ ਉਹ ਇਹ ਹੋ ਗਿਆ, ਸ਼ਹਿਰੀਕਰਨ ਜਿੱਦਾਂ ਦਾ ਹੋਇਆ, ਸ਼ਹਿਰੀਕਰਨ ਦੇ ਨਾਲ ਨਾਲ ਇਹ ਜਿਹੜੀਆਂ ਉਹ ਆਪਣਾਪਣ ਸੀ, ਅਪਣੰਤ ਸੀ ਨਾ, ਉਹ ਖਤਮ ਹੁੰਦੀ ਗਈ। ਅੱਜ ਤੁਸੀਂ ਕਿਸੇ ਵੀ ਸ਼ਹਿਰ 'ਚ ਆਪ ਤੁਸੀਂ ਰਹਿ ਰਹੇ ਹੋ, ਤੇ ਤੁਹਾਨੂੰ ਇਹ ਨਹੀਂ ਪਤਾ ਹੁੰਦਾ ਵੀ ਜਿਹੜਾ ਨਾਲ ਵਾਲਾ ਘਰ ਹੈ ਉਹਦੇ ਬੱਚੇ ਕਿੰਨੇ ਆ, ਉਹ ਕਿਹੜੀ ਜਾਤ ਕੌਮ ਦਾ ਹੈ, ਉਹ ਕਿਹੜੇ ਥਾਂ ਤੋਂ ਆਇਆ, ਉਹਦੇ ਘਰ ਕਿੱਦਾਂ ਦੀ ਕੀ ਘਟਨਾ ਵਾਪਰਦੀ, ਕਿਸੇ ਨੂੰ ਕੱਖ ਨਹੀਂ ਪਤਾ। ਪਰ ਪਿੰਡਾਂ ਵਾਲੀ ਜਿਹੜੀ ਹਾਲਾਤ ਸੀ, ਪਿੰਡਾਂ ਦੇ ਵਿੱਚ ਇਹ ਸੀ ਵੀ ਪਿੰਡਾਂ 'ਚ ਲੋਕਾਂ ਨੂੰ ਪਤਾ ਹੁੰਦਾ ਸੀ ਵੀ ਫਲਾਣੇ ਦੀ ਧੀ ਭੈਣ ਫਲਾਣੇ ਪਿੰਡ ਦੀ ਹੈ, ਤੇ ਆਹ ਰਿਸ਼ਤਾ ਉਹਦਾ ਹੈਗਾ, ਤੇ ਹਰ ਬੰਦਾ ਜਿਹੜਾ ਉਹ ਇੱਕ ਦੂਜੇ ਦੀ ਸ਼ਰਮ ਨੂੰ ਮਹਿਸੂਸ ਕਰਦਿਆਂ ਹੋਇਆਂ ਕੋਈ ਇਹੋ ਜਿਹੀਆਂ ਘਟਨਾਵਾਂ ਬਹੁਤ ਘੱਟ ਘਟਦੀਆਂ ਸੀ। ਪਰ ਸ਼ਹਿਰੀਕਰਨ ਹੋਣ ਤੋਂ ਬਾਅਦ, ਪੜ੍ਹੇ ਲਿਖੇ ਹੋਣ ਤੋਂ ਬਾਅਦ, ਜਦੋਂ ਕਿ ਸਾਨੂੰ ਸਮਾਜ ਦੇ ਸੁਧਾਰ ਵੱਲ ਵਧਣਾ ਚਾਹੀਦਾ ਸੀ, ਸਮਾਜ ਨੂੰ ਅੱਗੇ ਤੋਰਨ ਵੱਲ ਵਧਣਾ ਚਾਹੀਦਾ ਸੀ, ਚੰਗੀ ਸੋਚ ਰੱਖਣੀ ਚਾਹੀਦੀ ਸੀ, ਪਰ ਉਹਦੇ ਉਲਟ ਜਿਹੜੇ ਨਤੀਜੇ ਆ ਉਹ ਸਾਡੇ
ਇਦਾਂ ਦੀਆਂ ਘਟਨਾਵਾਂ ਜਿਹੜੀਆਂ ਨੇ ਉਹ ਬਲਾਤਕਾਰ ਵਰਗੀਆਂ ਹੋਈਆਂ। ਜੀ ਬਿਲਕੁਲ, ਤੁਸੀਂ ਬਿਲਕੁਲ ਠੀਕ ਕਿਹਾ, ਪਰ ਕਿਤੇ ਨਾ ਕਿਤੇ ਜਾ ਕੇ ਮੈਨੂੰ ਇੰਜ ਲੱਗਦਾ ਹੈ ਕਿ ਜਿਵੇਂ ਇਹ ਘਟਨਾਵਾਂ ਪਹਿਲਾਂ ਵੀ ਹੁੰਦੀਆਂ ਸੀ, ਪਰ ਪਹਿਲਾਂ ਕੁੜੀਆਂ ਨੂੰ ਜਿਹੜਾ ਹੈ ਦਬਾ ਦਿੱਤਾ ਜਾਂਦਾ ਸੀ, ਚੁੱਪ ਕਰਵਾ ਦਿੱਤਾ ਜਾਂਦਾ ਸੀ। ਕਈ ਵਾਰ ਤਾਂ ਮਾਵਾਂ ਵੱਲੋਂ ਹੀ ਕਿਹਾ ਜਾਂਦਾ ਸੀ ਆਪਣੇ ਧੀਆਂ ਨੂੰ ਕਿ ਤੂੰ ਖਬਰਦਾਰ ਕਿਸੇ ਨਾਲ ਇਹ ਗੱਲ ਨਹੀਂ ਕਰਨੀ, ਕਿਸੇ ਨੂੰ ਨਹੀਂ ਦੱਸਣਾ ਕਿ ਤੇਰੇ ਨਾਲ ਕੀ ਹੋਇਆ ਕੀ ਨਹੀਂ। ਸੋ ਇਹ ਜਿਹੜੇ ਮਾਮਲੇ ਹੈ ਪਹਿਲਾਂ ਦਬਾ ਦਿੱਤੇ ਜਾਂਦੇ ਸੀ। ਹੁਣ ਜਿਹੜੀਆਂ ਕੁੜੀਆਂ ਕਾਫੀ ਜ਼ਿਆਦਾ ਐਜੂਕੇਟਡ ਨੇ, ਉਹਨਾਂ ਨੂੰ ਪਤਾ ਹੈ ਕਿ ਅੱਜ ਜੇ ਮੇਰੇ ਨਾਲ ਗਲਤ ਹੋਇਆ, ਮੈਂ ਆਵਾਜ਼ ਨਹੀਂ ਚੁੱਕਾਂਗੀ ਤੇ ਸ਼ਾਇਦ ਕੱਲ ਕਿਸੇ ਹੋਰ ਨਾਲ ਗਲਤ ਹੋਵੇਗਾ। ਸੋ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਸ਼ਾਇਦ ਉੱਭਰ ਕੇ ਮਾਮਲੇ ਜਿਹੜੇ ਜ਼ਿਆਦਾ ਸਾਹਮਣੇ ਆ ਰਹੇ ਨੇ। ਇਹ ਗੱਲ ਤੇ ਮੈਂ ਇਹਦੇ ਨਾਲ ਤਾਂ ਸਹਿਮਤ ਹੈਗਾ ਵੀ ਪਹਿਲਿਆਂ ਸਮਿਆਂ 'ਚ ਜੀ ਘਟਨਾਵਾਂ ਘਟਦੀਆਂ ਸੀ, ਉਸ ਵੇਲੇ ਮੀਡੀਆ ਨਹੀਂ ਸੀ ਸਾਡੇ ਕੋਲੇ ਜੀ, ਉਹਦੇ ਕੋਲ ਸਾਡੇ ਕੋਲ ਸੰਚਾਰ ਸਾਧਨ ਨਹੀਂ ਸੀ ਤੇ ਸਾਨੂੰ ਘੱਟ ਪਤਾ ਲੱਗਦਾ ਸੀ, ਪਰ ਉਦੋਂ ਮਤਲਬ ਕੰਟਰੋਲ ਸੀ, ਠੀਕ ਹੈ। ਪਰ ਹੁਣ ਮੀਡੀਆ ਵੀ ਹੋਣ ਦੇ ਬਾਵਜੂਦ, ਸਰਕਾਰ ਦੇ ਕਾਨੂੰਨ ਬਣਨ ਦੇ ਬਾਵਜੂਦ ਵੀ, ਇਹ ਸਾਰਾ ਕੁਝ ਹੋਣ ਦੇ ਬਾਵਜੂਦ ਬਲਾਤਕਾਰ ਦੀਆਂ ਘਟਨਾਵਾਂ ਵੱਧ ਗਈਆਂ ਜੀ। ਉਹਦੇ ਪਿੱਛੇ ਸਪਸ਼ਟ ਗੱਲ ਹੈ ਕਿ ਸਾਡੇ ਅੰਦਰ ਜਿਹੜੀ ਸੋਚ ਦੀ ਪ੍ਰਵਿਰਤੀ ਸੀ ਉਹ ਬਦਲ ਗਈ। ਅਸੀਂ ਆਪਣੀ ਉਸ ਬਗਾਨੀ ਧੀ ਨੂੰ ਆਪਣੀ ਧੀ ਨਹੀਂ ਸਮਝਿਆ, ਬਗਾਨੇ ਮੁੰਡੇ ਨੂੰ ਆਪਣਾ ਮੁੰਡਾ ਨਹੀਂ ਸਮਝਿਆ। ਕੁਝ ਇਹੋ ਜਿਹੀਆਂ ਘਟਨਾਵਾਂ ਜਿਹੜੀਆਂ ਸਕੂਲਾਂ ਕਾਲਜਾਂ ਦੇ ਅੰਦਰ ਮੈਂ ਦੇਖੀਆਂ ਵੀ ਉਹਨਾਂ 'ਚ ਜਿਹੜਾ ਨਵਾਂ ਅੱਜ ਦਾ ਸਾਡਾ ਕਲਚਰ ਹੈ, ਚਾਹੇ ਉਹ ਪੱਛਮੀ ਕਲਚਰ ਹੈ ਜਾਂ ਸਾਡਾ ਆਪਣਾ ਹੀ ਆ, ਫਿਲਮਾਂ ਨੇ, ਗੀਤ ਨੇ, ਹੋਰ ਨੇ, ਉਹਦੇ 'ਚ ਜਿਸ ਢੰਗ ਨਾਲ ਆਪਾਂ ਚੀਜ਼ ਨੂੰ ਪਰੋਸਦੇ ਹਾਂ ਨਾ। ਹੁਣ ਇੱਕ ਆਰਟਿਸਟ ਹੈ, ਇੱਕ ਆਰਟਿਸਟ ਜਦੋਂ ਕਿਸੇ ਫੀਮੇਲ ਆਰਟਿਸਟ ਨੂੰ ਲੈ ਕੇ ਕੋਈ ਗੀਤ ਸ਼ੂਟ ਕਰਦਾ ਤੇ ਉਹਦੇ 'ਚ ਉਹਦਾ ਨੰਗੇਜ ਜਿਹੜਾ ਉਹ ਪੇਸ਼ ਕਰਦਾ ਜੀ। ਜਿਹੜੀ ਚੀਜ਼ ਉਹ ਪਰੋਸਦਾ ਉਹ ਸਾਨੂੰ ਮਜਬੂਰਨ ਜਿਹੜੀ ਆ ਉਹ ਇਹਨਾਂ ਦੇ ਮੀਡੀਆ ਦੇ ਰਾਹੀਂ, ਸੰਚਾਰ ਸਾਧਨ ਰਾਹੀਂ ਦੇਖਣ ਨੂੰ ਮਿਲਦੀ ਆ ਤੇ ਸਾਡੇ ਅੰਦਰ ਉੱਦਾਂ ਦਾ ਹੀ ਪ੍ਰਭਾਵ ਪੈਦਾ ਹੁੰਦਾ ਜੀ। ਸਭ ਤੋਂ ਵੱਡਾ ਜਿਹੜਾ ਮੈਂ ਇਹ ਸਮਝਦਾ ਵੀ ਇਹ ਵੀ ਇੱਕ ਕਾਰਨ ਹੈ ਕਿ ਅਸੀਂ ਜਿਹੜਾ ਉਹ ਸਾਡੀਆਂ ਜਿਹੜੀ ਮਤਲਬ ਭਾਵਨਾਵਾਂ 'ਚ ਉਹ ਫਰਕ ਆ ਗਿਆ ਤੇ ਬਲਾਤਕਾਰ ਦੀਆਂ ਘਟਨਾ ਘਟੀਆਂ। ਫਿਲਮਾਂ ਦਾ ਦੌਰ ਸੀ, ਫਿਲਮਾਂ ਤਾਂ ਪਹਿਲਾਂ ਵੀ ਬਣਦੀਆਂ ਸੀ ਜੀ। ਫਿਲਮਾਂ ਦੇ ਦੌਰ 'ਚੋਂ ਜਦੋਂ ਫਿਲਮਾਂ ਦੇ ਦੌਰ 'ਚੋਂ ਨੰਗੇਜ ਆ ਗਿਆ ਤਾਂ ਉਹ ਵੀ ਇੱਕ ਸਾਡੀ ਜਿਹੜੀ ਪ੍ਰਵਿਰਤੀ 'ਚ ਉਹਨੇ ਵੀ ਬਹੁਤ ਵੱਡਾ ਜਿਹੜਾ ਇਸ ਘਟਨਾਵਾਂ 'ਚ ਹਿੱਸਾ ਪਾਇਆ ਜੀ। ਸੋ ਸਰਕਾਰ ਦਾ ਜਿਹੜਾ ਫਰਜ਼ ਸੀ ਉਹ ਸਰਕਾਰ ਨੇ ਆਪਣਾ ਫਰਜ਼ ਨਹੀਂ ਅਦਾ ਕੀਤਾ। ਸੈਂਸਰ ਬੋਰਡ ਬਣਿਆ, ਸੈਂਸਰ ਬੋਰਡ ਨੇ ਉਹ ਸਾਰੇ ਸੀਨਾਂ ਦੇ ਉੱਤੇ ਇਸ ਕਰਕੇ ਕੱਟਣ ਲਈ ਵੀ ਕਮਰਸ਼ਲਾਈਜ਼ ਹੈ ਜੀ। ਹਰ ਚੀਜ਼ ਜਿਹੜੀ ਆ ਉਹ ਸਮਾਜ ਦੇ ਅੰਦਰ ਜਿਹੜੀ ਬਣਦੀ ਆ ਉਹਨੂੰ ਕਮਰਸ਼ਲਾਈਜ਼ ਨਹੀਂ ਲੈਣਾ ਚਾਹੀਦਾ, ਸਮਾਜ ਦੇ ਸੁਧਾਰਕ ਵਜੋਂ ਲੈਣਾ ਚਾਹੀਦਾ ਸੀ, ਜਿਹਦੇ ਕਰਕੇ ਇਹ ਘਟਨਾਵਾਂ ਘਟੀਆਂ। ਸੋ ਇਹ ਗੱਲ ਵੱਖਰੀ ਹੈ ਵੀ ਉਸ ਵੇਲੇ ਸੰਚਾਰ ਦੇ ਸਾਧਨ ਘੱਟ ਹੋਣ ਕਰਕੇ ਉਹ ਗੱਲਾਂ ਉਤਪਤ ਨਹੀਂ ਸੀ ਹੁੰਦੀਆਂ, ਸਾਡੇ ਤੱਕ ਨਹੀਂ ਸੀ ਪਹੁੰਚਦੀਆਂ, ਪਰ ਜਦੋਂ ਪਹੁੰਚਣ ਲੱਗੀਆਂ ਤਾਂ ਉਸ ਵੇਲੇ ਵੀ ਹੁਣ ਇੱਕ ਆਮ ਕੁੜੀ ਨਾਲ ਜਿਹਦੇ ਨਾਲ ਕੋਈ ਘਟਨਾ ਘਟੂਗੀ ਨਾ, ਹੁਣ ਉਹ ਦੋ ਚੀਜ਼ਾਂ ਹੁੰਦੀਆਂ। ਇੱਕ ਤਾਂ ਹੁੰਦੀ ਉਹਦੀ ਸ਼ਰਮ ਲਾ ਜੀ ਵੀ ਜੇ ਉਹ ਕਿਤੇ ਇਹਨੂੰ ਉਛਾਲੂਗੀ ਤਾਂ ਉਹ ਕੁੜੀ ਦਾ ਕਿਤੇ ਘਰ ਵਸੇਬਾ ਨਹੀਂ ਹੈ ਜੀ। ਬਿਲਕੁਲ ਸਮਾਜ ਉਹਨੂੰ ਉਹ ਭੈੜੀਆਂ ਨਜ਼ਰਾਂ ਨਾਲ ਵੇਖੇਗੀ। ਉਹ ਇਸ ਕਰਕੇ ਵੀ ਕਈ ਵਾਰੀ ਚੀਜ਼ਾਂ ਜਿਹੜੀਆਂ ਨੇ ਉਹ ਵਿਚਾਰੀਆਂ ਉਹ ਦਬ ਜਾਂਦੀਆਂ ਨੇ। ਪਰ ਜਿੱਥੇ ਕਿਤੇ ਕੁੜੀਆਂ ਨੇ ਹੌਸਲਾ ਕੀਤਾ, ਬੰਦਿਆਂ ਨੇ ਹੌਸਲਾ ਕੀਤਾ ਇਹਨਾਂ ਦੇ ਖਿਲਾਫ, ਤੇ ਜੋ ਕੁੜੀਆਂ ਨਾਲ ਹੋਇਆ, ਜੋ ਉਹਨਾਂ ਨੂੰ ਸਮਾਜ 'ਚ ਜਲੀਲ ਕੀਤਾ ਗਿਆ ਸਮਾਜ ਵੱਲੋਂ, ਲੋਕਾਂ ਵੱਲੋਂ, ਪੜ੍ਹੇ ਲਿਖੇ ਲੋਕਾਂ ਵੱਲੋਂ, ਤਾਂ ਉਹ ਮੂੰਹ ਦਿਖਾਉਣ ਦੇ ਕਾਬਲ ਨਹੀਂ ਰਹੀ। ਕਿਸੇ ਨੇ ਆਤਮ ਹੱਤਿਆ ਕਰ ਲਈ, ਕਿਸੇ ਨੇ ਕੁਛ ਕਰ ਲਿਆ, ਕਿਉਂਕਿ ਸਾਡਾ ਸਿਸਟਮ ਇੱਦਾਂ ਦਾ ਵੀ ਕੁੜੀ ਨੂੰ ਆਪਣੇ ਉਸ ਰੇਪ ਦੀ ਘਟਨਾ ਨੂੰ ਪੇਸ਼ ਕਰਨਾ, ਇੱਕ ਤਾਂ ਉਹਦੀ ਇੱਜ਼ਤ ਗਈ, ਇੱਕ ਉਹਦਾ ਜਿਹੜਾ ਆਤਮ ਸਨਮਾਨ ਗਿਆ ਜੀ, ਸਭ ਕੁਝ ਗਿਆ। ਹੁਣ ਉਹਨੂੰ ਅਪਰੂਵ ਕਿਵੇਂ ਕਰੇ? ਸਾਡੇ ਕਾਨੂੰਨ 'ਚ ਇਹੋ ਜਿਹੀਆਂ ਕੁਝ ਕਮੀਆਂ ਨੇ, ਜਿਨ੍ਹਾਂ ਕਮੀਆਂ ਦਾ ਸਹਾਰਾ ਲੈ ਕੇ ਇਹ ਜਿਹੜੇ ਬਲਾਤਕਾਰੀ ਲੋਕ ਨੇ ਉਹ ਇਹਨੂੰ ਮਿਸਯੂਜ਼ ਕਰਦੇ ਨੇ, ਔਰ ਉਹ ਘਟਨਾਵਾਂ 'ਚ ਵਾਧਾ ਤੇ ਹੋ ਰਿਹਾ। ਜਿੱਤੇ ਜਤਿੰਦਰ ਪੈ ਵਾਲੀ ਗੱਲ ਦੱਸੀ ਤੁਸੀਂ, ਆਪਾਂ ਕਰਦੇ ਹਾਂ ਵੀ 2012 'ਚ ਕਾਂਡ ਹੋਇਆ ਜੀ। ਬਿਲਕੁਲ ਮੈਂ ਤੁਹਾਡੀ ਗੱਲ ਦੇ ਨਾਲ ਸਹਿਮਤ ਹਾਂ। ਸੋ ਦੋਸਤੋ, ਜਿਵੇਂ ਸਰ ਨੇ ਦੱਸਿਆ ਕਿ ਜਿਹੜੀਆਂ ਕੁੜੀਆਂ ਨੇ ਜਿਨ੍ਹਾਂ ਨਾਲ ਜੋ ਵੀ ਇਹ ਘਟੀਆ ਹਾਦਸੇ ਵਾਪਰੇ ਨੇ, ਅਗਰ ਉਹਨਾਂ ਨੇ ਆਵਾਜ਼ ਚੁੱਕਣ ਦੀ ਕੋਸ਼ਿਸ਼ ਵੀ ਕੀਤੀ ਹੈ ਤਾਂ ਸਮਾਜ ਨੇ ਉਹਨਾਂ ਦਾ ਸਾਥ ਦੇਣ ਦੀ ਬਜਾਏ ਉਲਟਾ ਉਹਨਾਂ ਨੂੰ ਹੀ ਜਿਹੜਾ ਹੈ ਨਿੰਦਣਾ ਸ਼ੁਰੂ ਕਰ ਦਿੱਤਾ। ਅਜਿਹਾ ਇੱਕ ਮਾਮਲਾ ਜਿਹੜਾ ਹੈ ਚੰਡੀਗੜ੍ਹ ਤੋਂ ਵੀ ਸਾਹਮਣੇ ਆਇਆ ਸੀ। ਚੰਡੀਗੜ੍ਹ ਵਿੱਚ ਇੱਕ 10th ਕਲਾਸ ਦੀ ਸਟੂਡੈਂਟ ਸੀ ਜਿਸ ਦੇ ਵਿੱਚ ਪੁਲਿਸ ਕਰਮੀ ਵੀ ਉਸ ਕੇਸ ਦੇ ਵਿੱਚ ਇਨਵੋਲਵ ਸੀ। ਸੋ ਖੈਰ ਮੈਂ ਉਹਨਾਂ ਪੁਲਿਸ ਕਰਮੀਆਂ ਦਾ ਨਾਮ ਨਹੀਂ ਲੈਣਾ ਚਾਹੂੰਗੀ ਇੱਥੇ। ਸੋ ਉਸ ਲੜਕੀ ਨਾਲ ਜਦੋਂ ਰੇਪ ਹੋਇਆ ਸੀ, ਉਹਨਾਂ ਤੇ ਪੁਲਿਸ ਕਰਮੀਆਂ ਨੂੰ ਵਿੱਚ ਇਨਵੋਲਵ ਕੀਤਾ ਗਿਆ। ਜਦੋਂ ਉਹਨਾਂ ਤੇ ਬਣਦੀਆਂ ਧਾਰਾਵਾਂ ਲੱਗੀਆਂ ਤਾਂ ਜਿਸ ਘਰ ਵਿੱਚ ਉਹ ਕੁੜੀ ਰਹਿੰਦੀ ਸੀ, ਪਹਿਲਾਂ ਤਾਂ ਆਲੇ ਦੁਆਲੇ ਮੁਹੱਲੇ ਵਾਲਿਆਂ ਨੇ ਉਸ ਕੁੜੀ ਨਾਲ ਤੇ ਉਹਦੇ ਪਰਿਵਾਰ ਨਾਲ ਜਿਹੜਾ ਟੋਟਲੀ ਬਾਈਕਾਟ ਕੀਤਾ। ਸੈਕੰਡਲੀ ਉਹ ਕੁੜੀ ਜਿਸ ਸਕੂਲ ਦੇ ਵਿੱਚ ਪੜ੍ਹਦੀ ਸੀ, ਉੱਥੋਂ ਦੇ ਟੀਚਰਸ, ਈਵਨ ਉੱਥੇ ਦੇ ਸਟੂਡੈਂਟਸ ਉਸ ਨੂੰ ਬਹੁਤ ਗੰਦੇ ਤਰੀਕੇ ਨਾਲ ਦੇਖਣ ਲੱਗੇ, ਬੜੇ ਗੰਦੇ ਤਰੀਕੇ ਨਾਲ ਟਰੀਟ ਕਰਨ ਲੱਗੇ। ਸੋ ਹੁਣ ਜਿਹੜਾ ਉਹ ਪਰਿਵਾਰ ਹੀ ਸ਼ਾਇਦ ਚੰਡੀਗੜ੍ਹ ਤੋਂ ਮੂਵ ਹੋ ਚੁੱਕਿਆ ਹੋਇਆ। ਸੋ ਇਹ ਸਾਡੇ ਸਮਾਜ ਦੀ ਬੜੀ ਹੀ ਗਲਤ ਧਾਰਾ ਹੈ ਕਿ ਇੱਕ ਤਾਂ ਕਿਸੇ ਇਨਸਾਨ ਦੇ ਨਾਲ ਗਲਤ ਹੁੰਦਾ ਹੈ ਤੇ ਦੂਸਰਾ ਕਿ ਉਹ ਇਨਸਾਨ ਖੁਦਕੁਸ਼ੀ ਕਰ ਲਵੇ।
ਆਪਣਾ ਦੁੱਖ ਦੱਸਣ ਦੀ ਬਜਾਏ ਕਿ ਉਸ ਨੂੰ ਇਹੀ ਹੱਕ ਮਿਲੇਗਾ ਕਿ ਉਹ ਆਪਣਾ ਦੁੱਖ ਕਿਸੇ ਨੂੰ ਨਾ ਦੱਸੇ, ਉਹ ਵੀ ਐਡਾ ਗੰਦਾ ਹਾਦਸਾ। ਬਿਲਕੁਲ ਇੱਕ ਪਾਸੇ ਤੇ ਉਹ ਮਤਲਬ ਇਸ ਚੀਜ਼ ਤੋਂ ਪ੍ਰਭਾਵਿਤ ਹੋ ਰਹੀ ਆ ਜੀ, ਮਾਨਸਿਕ ਤੌਰ ਤੇ ਉਹ ਮਨੋਬਲ ਡਿੱਗ ਚੁੱਕਾ ਹੁੰਦਾ। ਤੇ ਦੂਸਰੇ ਪਾਸੇ ਸਾਡਾ ਜਿਹੜਾ ਸਮਾਜ ਆ ਸਗੋਂ ਉਸ ਜਿਹੜੀ ਘਿਨਾਉਣੀ ਕਾਰਵਾਈ ਹੋਈ ਆ ਉਹਦੇ ਮੁਜਰਮਾਂ ਦੇ ਖਿਲਾਫ ਜਾਣ ਜੀ, ਉਹ ਮੁਜਰਮਾਂ ਨੂੰ ਮਤਲਬ ਕਟਹਿਰੇ 'ਚ ਖੜਾ ਕਰਕੇ ਬਣਦੀ ਜਿਹੜੀ ਸਜ਼ਾ ਹੈ, ਹੁਣ ਸਜ਼ਾ ਦੀ ਵੀ ਗੱਲ ਕਰਦੇ ਆ, ਇੱਕ ਲੰਮਾ ਪ੍ਰੋਸੀਜਰ ਹੈ ਜੀ, ਉਹ ਲੰਮੇ ਪ੍ਰੋਸੀਜਰ 'ਚੋਂ ਜਦੋਂ ਆਪਾਂ ਲੰਘਦੇ ਆ ਨਾ ਉਦੋਂ ਤੱਕ ਜਾਂਦਿਆਂ ਕੁੜੀ ਜਾਂ ਬੰਦਾ ਜਿਹਦੇ ਨਾਲ ਘਟਨਾ ਘਟੀ ਹੁੰਦੀ ਆ ਉਹ ਵਿਚਾਰਾ ਵੈਸੇ ਡਿਪਰੈਸ਼ਨ ਚਲੇ ਜਾਂਦਾ। ਅੱਜ ਦੀ ਗੱਲ ਮੈਂ ਤੁਹਾਨੂੰ ਦੱਸਦਾ, ਅੱਜ ਇੱਕ ਮੇਰੇ ਮੋਬਾਈਲ ਤੇ ਮੇਰੇ ਇੱਕ ਦੋਸਤ ਨੇ, ਬੜਾ ਮਤਲਬ ਵਿਗਿਆਨਕ ਬੰਦਾ, ਉਹਨੇ ਇੱਕ ਪੋਸਟ ਪਾਈ ਸੀ ਜਿਹੜੀ ਪੜੀ ਹੁਣੇ ਦੀ ਗੱਲ ਹੈ। ਦਲਿਤਾਂ ਦੀ ਕੁੜੀ ਹੈ, ਹੁਣ ਦਲਿਤ ਤੇ ਸਾਰੇ ਕਹਿ ਦਿੰਦੇ ਨੇ ਹੈ ਤਾਂ ਕੁੜੀ ਹੈ ਜੀ, ਬਿਲਕੁਲ ਹੈ ਤੇ ਕੁੜੀ ਹੈ। ਕਿਸੇ ਰੱਬ ਨੇ ਤੇ ਕੋਈ ਨਹੀਂ ਬਣਾ ਕੇ ਭੇਜੇ ਵੀ ਇਹ ਜੱਟਾਂ ਦੀ ਆ, ਬਾਹਮਣਾਂ ਦੀ ਆ, ਇਹ ਪੰਡਤਾਂ ਦੀ ਆ, ਇਹ ਕਿਸੇ ਦੀ ਆ ਜਾਂ ਕਿਹਦੀ, ਉਹ ਤੇ ਇੱਕ ਇਨਸਾਨ ਸੀ ਜੀ, ਚਾਹੇ ਔਰਤ ਹੈ। ਔਰਤ ਨੂੰ ਬਾਬੇ ਨਾਨਕ ਨੇ ਬਹੁਤ ਵੱਡਾ ਦਰਜਾ ਦਿੱਤਾ ਹੋਇਆ। ਕਹਿੰਦੇ ਨਾ ਕਿ ਤਿਸਕੋ ਮੰਦਾ ਆਖੀਏ ਜਿਤ ਜੰਮੇ ਰਾਜਾ, ਸੋ ਕੁੜੀਆਂ ਤੇ ਕੁੜੀਆਂ ਚਾਹੇ ਉਹ ਕਿਸੇ ਵੀ ਕਾਸਟ ਨਾਲ ਬਿਲੋਂਗ ਕਰਦੀਆਂ ਨੇ, ਬਟ ਇੱਜ਼ਤ ਜਿਹੜੀ ਸਭ ਔਰਤ ਹੈ ਨਾ, ਕੁੜੀ ਹੈ, ਉਹ ਕੁੜੀ ਪੰਡਤਾਂ ਦੇ ਖੇਤ 'ਚੋਂ ਲੰਘੀ ਜੀ, ਪੰਡਤਾਂ ਦੇ ਖੇਤ 'ਚੋਂ ਲੰਘੀ ਤੇ ਉੱਥੋਂ ਦੇ ਜਿਹੜੇ ਉਹ ਬ੍ਰਾਹਮਣ ਸੀਗੇ, ਬ੍ਰਾਹਮਣਵਾਦ ਜਿਹੜਾ ਸੀ, ਉਹ ਗਲਤ ਬੰਦਿਆਂ ਨੇ ਉਸ ਬੰਦੀ ਕੁੜੀ ਨੂੰ ਫੜ ਕੇ ਜੋ ਜਲੀਲ ਕੀਤਾ, ਉਹਦੀ ਵੀਡੀਓ ਵੀ ਅੱਜ ਪ੍ਰਕਾਸ਼ਿਤ ਹੋਈ ਹੈ, ਬਹੁਤ ਤਗੜੀ ਹੋਈ ਹੈ, ਉਹ ਚਲਾ ਰਹੀ ਹੈ, ਰੌਲਾ ਪਾ ਰਹੀ ਹੈ ਤੇ ਉਹ ਉਹਨੂੰ ਉੱਥੇ ਜਲੀਲ ਕਰ ਰਹੇ ਨੇ। ਇਹ ਸਾਡੇ ਹਿੰਦੁਸਤਾਨ ਦੀ ਬਦਕਿਸਮਤੀ ਹੈ ਕਿ ਜਿਸ ਦੇਸ਼, ਜਿਹੜਾ ਦੇਸ਼ ਗੁਰੂਆਂ ਪੀਰਾਂ ਦਾ ਹੋਵੇ, ਭਗਤ ਸਰਾਭਿਆਂ ਦਾ ਹੋਵੇ, ਉੱਥੇ ਜਿਹੜੀ ਔਰਤ ਦੀ ਹਾਲਤ ਆ ਅੱਜ ਵੀ ਉੱਥੇ ਦੀ ਉੱਥੇ ਖੜੀ ਹੈ। ਵੱਖਰੀ ਗੱਲ ਹੈ ਭਾਵੇਂ ਜਿੰਨੇ ਮਰਜ਼ੀ ਕਾਨੂੰਨ ਬਣੇ, ਉਹ ਕਾਨੂੰਨਾਂ 'ਚ ਇਹੋ ਜਿਹੀਆਂ ਚੋਰ ਮੋਰੀਆਂ ਨੇ ਜਿੱਥੇ ਇਹਨਾਂ ਲੋਕਾਂ ਨੂੰ ਜਿਹੜੇ ਇਦਾਂ ਦੇ ਕੇਸ ਕਰਦੇ ਨੇ, ਇਦਾਂ ਦੇ ਘਿਨਾਉਣੇ ਕਾਰਨਾਮੇ ਕਰਦੇ ਨੇ, ਉਹਨਾਂ ਨੂੰ ਰਾਹਤ ਮਿਲ ਜਾਂਦੀ ਹੈ। ਜੇ ਗਰੀਬ ਕੁੜੀ ਕਿਸੇ ਦੇ ਸ਼ਿਕਾਰ ਹੋ ਗਈ, ਉਹਦੇ ਕੋਲ ਇੰਨਾ ਸਿਸਟਮ ਨਹੀਂ ਹੈ, ਉਹਦੇ ਕੋਲ ਇੰਨਾ ਕੁਝ ਨਹੀਂ ਹੈ ਵੀ ਉਹ ਆਪਣੇ ਆਪ ਨੂੰ ਕੋਰਟ 'ਚ ਅਪਰੂਵ ਕਰ ਸਕਦੀ ਹੋਵੇ। ਇੱਥੋਂ ਦੇ ਡਾਕਟਰ, ਇੱਥੋਂ ਦਾ ਸਿਸਟਮ, ਇੱਥੋਂ ਦੀ ਪੁਲਿਸ, ਪਹਿਲੀ ਤੇ ਗੱਲ ਇਹ ਵੀ ਜਦੋਂ ਵੀ ਕਿਸੇ ਕੁੜੀ ਨਾਲ ਇਦਾਂ ਦਾ ਰੇਪ ਕੇਸ ਹੁੰਦਾ ਜਾਂ ਕੁਝ ਹੁੰਦਾ, ਅਤੇ ਕੱਲ੍ਹ ਛੋਟੀਆਂ 4-4 ਸਾਲ ਦੀਆਂ ਬੱਚੀਆਂ ਨਾਲ ਰੇਪ ਹੋ ਰਹੇ ਨੇ ਤੇ ਪੁਲਿਸ ਅੱਖਾਂ ਮੀਟ ਲੈਂਦੀ ਆ। ਜਦੋਂ ਤੱਕ ਪੁਲਿਸ ਤੋਂ ਜਾਂਦੀ ਹੈ ਉਦੋਂ ਤੱਕ ਉਹ ਨਵੀਂ ਦੀ ਨਵੀਂ ਕੋਈ ਕਹਾਣੀ ਕੱਢ ਲੈਂਦੀ ਆ। ਪਹਿਲਾਂ ਤਾਂ ਉਹਨੂੰ ਛੁੰਦੇ ਹੀ ਨਹੀਂ ਕੇਸਾਂ ਨੂੰ, ਤੇ ਜੇ ਛੁੰਦੇ ਨੇ ਤਾਂ ਉਹਦੇ 'ਚ ਕੋਈ ਨਾ ਕੋਈ ਚੋਰ ਮੋਹਰੀਆਂ ਛੱਡਦੇ ਹੋਇਆਂ ਉਹਨਾਂ ਮੁਜਰਮਾਂ ਨੂੰ ਰਾਹਤ ਮਿਲ ਜਾਂਦੀ ਹੈ। ਸੋ ਕਈਆਂ ਕੇਸਾਂ 'ਚ ਅਸੀਂ ਵੇਖਿਆ ਕਿ ਉਹਨਾਂ ਕੇਸਾਂ 'ਚ ਜਿਹੜੀ ਇਨਵੈਸਟੀਗੇਸ਼ਨ ਟੀਮ ਹੁੰਦੀ ਆ, ਚਾਹੇ ਉਹ ਸਾਡਾ ਮੀਡੀਆ ਹੈ, ਅੱਜ ਮੀਡੀਆ ਵੀ ਸਭ ਤੋਂ ਜਿਹੜਾ ਭੈੜਾ ਜਿਹੜਾ ਰੋਲ ਅਦਾ ਕਰ ਰਿਹਾ। ਹਰ ਚੀਜ਼ ਨੂੰ ਮੀਡੀਆ ਆਪਣੇ ਕੈਮਰੇ 'ਚ, ਜੇ ਕਿ ਮੰਤਰੀਆਂ ਦਾ, ਜੇ ਕਿਸੇ ਹੋਰ ਦਾ ਸ਼ੋਅ ਹੋਵੇ ਜਾਂ ਕੁਝ ਹੋਵੇ ਤੇ ਬੜੇ ਵੱਡੇ ਪੱਧਰ ਤੇ ਉਹਨੂੰ ਛਾਉਂਦੇ ਨੇ, ਪਰ ਜਦੋਂ ਕਿਸੇ ਕੁੜੀ ਨਾਲ ਬਲਾਤਕਾਰ ਹੁੰਦਾ, ਜਦੋਂ ਕਿਸੇ ਕੁੜੀ ਦੀ ਇੱਜ਼ਤ ਰੁਲਦੀ ਹੈ ਜਾਂ ਕਿਸੇ ਗਰੀਬ ਬੰਦੇ ਨੂੰ ਸੜਕਾਂ ਤੇ ਰੋਲਿਆ ਜਾਂਦਾ, ਉਸ ਵੇਲੇ ਸਾਡਾ ਕੈਮਰਾ ਕਿਉਂ ਬੰਦ ਹੋ ਜਾਂਦਾ? ਕਿਉਂ ਸਾਡਾ ਮੀਡੀਆ ਜਿਹੜਾ ਉਹ ਇਸ ਗੱਲ ਦੀ ਨਹੀਂ ਕਰਦਾ? ਇੱਕ ਵੱਖਰੀ ਗੱਲ ਹੈ ਕਿ ਮੀਡੀਆ ਕਿਸੇ ਨਾਲ ਜੁੜਿਆ, ਉਹਦੀਆਂ ਆਪਣੀਆਂ ਪਾਲਿਸੀਜ਼ ਹੋ ਸਕਦੀਆਂ, ਉਹਦਾ ਇੱਕ ਦਾਇਰਾ ਹੋ ਸਕਦਾ, ਪਰ ਇਹ ਕੋਈ ਪੱਤਰਕਾਰੀ ਤੇ ਨਹੀਂ, ਇਹ ਕੋਈ ਮੀਡੀਆ ਤੇ ਨਹੀਂ ਜਿਹੜਾ ਇੱਕ ਚੀਜ਼ ਨੂੰ ਜਿਹੜਾ ਛਪਾਵੇ। ਜੇ ਅੱਜ ਮੀਡੀਆ ਅੱਛੀ ਤਰ੍ਹਾਂ ਰੋਲ ਅਦਾ ਕਰੇ, ਜੇ ਸਰਕਾਰ ਅੱਛੀ ਤਰ੍ਹਾਂ ਇਹਨਾਂ ਕੇਸਾਂ ਦੀ ਇਨਵੈਸਟੀਗੇਸ਼ਨ ਕਰੇ, ਜੇ ਕੋਰਟ ਕਚਹਿਰੀਆਂ ਜਿਹੜੀਆਂ ਨੇ ਜਿੱਥੇ ਸਾਡੇ ਇੱਕ ਬੜੇ ਤਗੜੇ ਕਾਨੂੰਨ ਬਣੇ ਨੇ, ਉਹਨਾਂ ਕਾਨੂੰਨਾਂ ਦੀ ਜੇ ਪਾਲਣਾ ਹੋ ਜੇ ਤਾਂ ਕੁਛ ਨਾ ਕੁਛ ਰਾਹਤ ਜਿਹੜੀ ਹੈ ਉਹ ਬਲਾਤਕਾਰ 'ਚ ਲੋਕਾਂ ਨੂੰ ਡਰ ਪੈਦਾ ਹੋ ਜਾਊਗਾ। ਵਿਦੇਸ਼ਾਂ 'ਚ ਤੁਸੀਂ ਅਰਬ ਕੰਟਰੀ ਦੇਖਿਆ, ਅਰਬ ਕੰਟਰੀ 'ਚ ਇਹੋ ਪਰ ਥੋੜ੍ਹੇ ਦਿਨ ਦੀ ਗੱਲ ਹੀ ਹੈ, ਅੱਜ ਹੁਣੀ ਇੱਕ ਉੱਥੋਂ ਦੀ ਕੁੜੀ ਨਾਲ ਕਿਸੇ ਨਾਲ ਬਲਾਤਕਾਰ ਹੋਇਆ ਸੀ, ਉਸ ਕਾਨੂੰਨ ਦੀ ਜਿਹੜੀ ਉਹਨਾਂ ਦੀ ਧਾਰਾਵਾਂ ਸੀ, ਉਹਨਾਂ ਸ਼ਰੇਆਮ ਬਾਹਰ ਲਿਆ ਕੇ ਲੋਕਾਂ ਦੇ ਇਕੱਠ 'ਚ ਪੁੱਠਾ ਟੰਗ ਕੇ ਗੋਲੀ ਮਾਰੀ। ਉਹਨਾਂ ਤਾਂ ਕਰਕੇ ਮਾਰੀ, ਆਪਾਂ ਕਹਿੰਦੇ ਵੀ ਇਹ ਗਲਤ ਹੈ, ਪਰ ਜਿੰਨਾ ਤੱਕ ਇਸ ਮੁਜਰਮਾਂ ਦੇ ਦਿਲਾਂ ਦੇ ਅੰਦਰ ਦਹਿਸ਼ਤ ਪੈਦਾ ਨਹੀਂ ਹੋਊਗੀ, ਉਹਨੂੰ ਡਰ ਪੈਦਾ ਨਹੀਂ ਹੋਏਗਾ, ਤਦ ਤੱਕ ਇਹ ਘਟਨਾਵਾਂ ਘਟਦੀਆਂ ਰਹਿਣਗੀਆਂ। ਜੀ ਬਿਲਕੁਲ। ਸੋ ਜਿਵੇਂ ਮੈਂ ਸਰ, ਮੇਰਾ ਸਵਾਲ ਹੈ ਤੁਹਾਨੂੰ ਕਿ ਇਨ ਰੇਪ ਕੇਸਿਸ ਦੇ ਪਿੱਛੇ ਰੀਜ਼ਨ ਕੀ ਹੈ? ਇੱਕ ਤੇ ਸਭ ਤੋਂ ਵੱਡਾ ਰੀਜ਼ਨ ਮੈਨੂੰ ਲੱਗਦਾ ਹੈ ਕਿ ਨਸ਼ਾ। ਜਿਹੜਾ ਇਨਸਾਨ ਨਸ਼ਾ ਕਰਦਾ ਹੈ ਓਬਵੀਅਸਲੀ ਉਹੀ ਕਿਸੇ ਨੇ ਇੰਨਾ ਘਿਨਾਉਣਾ ਕੰਮ ਕਰ ਸਕਦਾ ਹੈ, ਅਦਰਵਾਈਜ਼ ਜਿਹੜਾ ਬੰਦਾ ਪੂਰਾ ਸਾਬਤ ਸੂਰਤ ਵਿੱਚ ਹੋਵੇ ਉਹਦੀ ਤਾਂ ਹਿੰਮਤ ਵੀ ਨਹੀਂ ਪਏਗੀ ਕਿਸੇ ਵੱਲ ਦੇਖਣ ਦੀ। ਨਹੀਂ ਮੈਡਮ, ਇੱਕ ਚੀਜ਼ ਹੋਰ ਹੈ, ਨਸ਼ਾ ਜਿਹੜਾ ਨਾ, ਨਸ਼ੇ ਵੀ ਕਈ ਕਿਸਮ ਦੇ ਨੇ ਜੀ। ਹੁਣ ਇੱਕ ਸ਼ਰਾਬੀ ਬੰਦਾ ਲਾ ਲਓ, ਸ਼ਰਾਬ ਪੀ ਕੇ ਆਇਆ, ਉਹਦੀ ਮਾਂ ਮੰਜੀ ਤੇ ਬੈਠੀ ਹੈ ਜੀ, ਉਹਦੀ ਭੈਣ ਮੰਜੀ ਤੇ ਬੈਠੀ ਹੈ, ਜੇ ਆਪਣੀ ਭੈਣ ਨਾਲ ਹਰਕਤ ਨਹੀਂ ਕਰਦਾ, ਆਪਣੀ ਮਾਂ ਨਾਲ ਹਰਕਤ ਨਹੀਂ ਕਰਦਾ, ਤਾਂ ਦੂਸਰੇ ਨਾਲ ਕਿਵੇਂ ਹਰਕਤ ਕਰ ਲਈ? ਇਟ ਮੀਨਸ ਉਹ ਸ਼ਰਾਬ ਦਾ ਸਹਾਰਾ ਲੈ ਕੇ
ਆਪਣੇ ਆਪ ਨੂੰ ਇਹ ਸੱਚਾ ਸਾਬਤ ਕਰਨ ਦੀ ਕੋਸ਼ਿਸ਼ ਕਰਦਾ ਵੀ ਮੈਂ ਤੇ ਸ਼ਰਾਬ ਪੀਤੀ ਸੀ, ਮੇਰੇ ਕੋਲ ਘਟਨਾ ਘਟ ਗਈ ਜੀ। ਮੀਨਸ ਆਪਣੇ ਆਪ ਨੂੰ ਬਚਾਉਂਦੇ ਆ ਕਿ ਮੈਂ ਨਸ਼ੇ ਵਿੱਚ ਆਪਾਂ ਆਮ ਤੌਰ ਤੇ ਵੇਖਦੇ ਆ ਘਰਾਂ 'ਚ ਜਨਾਨੀਆਂ ਕਹਿੰਦੀਆਂ ਵੀ ਬੰਦੇ ਜਿਹੜੇ ਨਸ਼ੇ 'ਚ ਆ ਜਾਂਦੇ ਨੇ, ਨਸ਼ੇ ਆਣ ਕੇ ਸਾਡੀ ਜਿਹੜੀ ਆ ਉਹ ਦੁਰਦਸ਼ਾ ਕਰਦੇ ਨੇ, ਸਾਨੂੰ ਮਾਰਦੇ ਕੁੱਟਦੇ ਨੇ, ਇਹ ਅਸੀਂ ਸਾਰੀ ਸਾਰੀ ਦਿਹਾੜੀ ਚੁੱਲ੍ਹੇ ਚੌਂਕੇ 'ਚ ਜਿਹੜੀਆਂ ਉਹ ਮਤਲਬ ਰੋਟੀਆਂ ਪਕਾਉਂਦੀਆਂ ਰਹਿੰਦੀਆਂ, ਮਿਹਨਤ ਕਰਦੀਆਂ, ਬੱਚਿਆਂ ਨੂੰ ਸਾਂਭਦੀਆਂ ਨੇ, ਬੱਚਿਆਂ ਦੀ ਪਰਵਰਿਸ਼ ਕਰਦੀਆਂ ਨੇ। ਕੁਝ ਉਹ ਲੇਡੀਜ਼ ਨੇ ਜਿਹੜੀਆਂ ਇਨ ਸਰਵਿਸ ਨੇ ਜੀ, ਜੌਬ ਕਰਦੀਆਂ ਨੇ, ਤੇ ਉਹ ਇੱਕ ਆਸ ਲਿਆਉਂਦੀ ਆ ਵੀ ਮੈਂ ਘਰ ਜਾਊਂਗੀ, ਕੁਛ ਨਾ ਕੁਛ ਮੈਨੂੰ ਰਾਹਤ ਮਿਲੂ, ਤੇ ਉਹ ਬੰਦੇ ਆਉਂਦੇ ਨੇ ਗਾਲਾਂ ਕੱਢਦੇ ਨੇ, ਪਰ ਉਹਦੀ ਆਪਣੀ ਭੈਣ ਬੈਠੀ ਹੁੰਦੀ, ਮਾਂ ਬੈਠੀ ਹੁੰਦੀ ਹੈ, ਉਸ ਵੇਲੇ ਉਹਨਾਂ ਨੂੰ ਤਾਂ ਕੁਛ ਨਹੀਂ ਕਹਿੰਦੇ। ਇਟ ਮੀਨਸ ਇਹ ਜਿਹੜੀ ਸ਼ਰਾਬ ਜਾਂ ਦੂਜੇ ਨਸ਼ੇ ਨੇ ਉਹਨਾਂ ਦਾ ਸਹਾਰਾ ਲੈ ਕੇ ਵੀ ਇਹ ਘਿਨਾਉਣੇ ਜਿਹੜੇ ਕਾਰਨਾਮੇ ਆ ਇਹ ਲੋਕ ਕਰਦੇ ਨੇ। ਸੋ ਇਹਨਾਂ ਦੇ ਤੇ ਕੰਟਰੋਲ ਜਿਹੜਾ ਹੈ ਸਿਰਫ ਤੇ ਸਿਰਫ ਸਖਤੀ ਹੈ ਜੀ। ਔਰ ਸੈਕੰਡਲੀ ਸਰ ਕਿਤੇ ਨਾ ਕਿਤੇ ਜਾ ਕੇ ਮੈਨੂੰ ਇਹ ਲੱਗਦਾ ਕਿ ਜਿਵੇਂ ਅਨਐਮਪਲੋਇਮੈਂਟ, ਬੇਰੁਜ਼ਗਾਰੀ ਵਧਦੀ ਜਾ ਰਹੀ ਹੈ, ਉਹ ਕਹਿੰਦੇ ਨਾ ਆਈਡਲ ਮਾਈਂਡ ਇਜ਼ ਡੈਵਲ ਵਰਕਸ਼ਾਪ, ਵਿਹਲਾ ਮਨ ਸ਼ੈਤਾਨ ਦਾ ਘਰ। ਸੋ ਅੱਜ ਦੀ ਜਿਹੜੀ ਨੌਜਵਾਨ ਪੀੜ੍ਹੀ ਹੈ ਸ਼ਾਇਦ ਨਾ ਹੀ ਨੌਕਰੀਆਂ ਮਿਲਣੇ ਤੇ ਨਾ ਹੀ ਸ਼ਾਇਦ ਕੁਝ ਜਿਹੜੇ ਨੌਜਵਾਨ ਹੈ, ਕੁਝ ਸ਼ਰਾਰਤੀ ਅਨਸਰ ਕਹਿ ਸਕਦੀ ਮੈਂ ਉਹਨਾਂ ਨੂੰ, ਕਿ ਕੰਮ ਕਰਨ ਦੀ ਬਜਾਏ ਉਹਨਾਂ ਦਾ ਜਿਹੜਾ ਦਿਮਾਗ ਹੈ ਉਹ ਪੁੱਠੇ ਪਾਸੇ ਲਗਾ ਰਹੇ ਨੇ। ਉਹ ਜ਼ਿਆਦਾਤਰ ਉਹਨਾਂ ਨੂੰ ਪੋਰਨ ਵੀਡੀਓ ਐਡਿਕਸ਼ਨਸ ਹੋ ਰਹੀ ਹੈ, ਮੋਸਟਲੀ ਜਿਹੜਾ ਕੀ ਆਪਣਾ ਟਾਈਮ ਹੈ ਫੋਨ ਤੇ ਸਪੈਂਡ ਕਰਦੇ ਨੇ, ਉੱਥੇ ਤਰ੍ਹਾਂ ਤਰ੍ਹਾਂ ਦੇ ਸੌਫਟਵੇਅਰ ਜਿਹੜੇ ਅਪਲੋਡ ਕਰਕੇ ਪੋਰਨ ਵੀਡੀਓ ਦੀ ਐਡਿਕਸ਼ਨ ਕਰਕੇ ਉਹ ਰੀਅਲ ਲਾਈਫ ਵਿੱਚ ਵੀ ਇਹ ਸਭ ਕੁਝ ਆਪਣਾ ਇੰਪਲੀਮੈਂਟ ਕਰਨਾ ਚਾਹੁੰਦੇ ਨੇ। ਬਿਲਕੁਲ। ਸੋ ਇਹ ਸਾਰੇ ਕਾਰਨ ਮੈਨੂੰ ਲੱਗਦਾ ਕਿਤੇ ਨਾ ਕਿਤੇ ਜਾ ਕੇ ਰੇਪ ਦੇ ਜ਼ਿੰਮੇਵਾਰ ਨੇ। ਇਹ ਵੀ ਇੱਕ ਤੁਹਾਡਾ ਬੜਾ ਵਧੀਆ ਇਸ਼ੂ ਹੈਗਾ ਕਿ ਮੋਸਟਲੀ ਜਿਹੜੇ ਨੇ ਸਾਡੇ ਇਹ ਜਿਹੜਾ ਬੇਰੁਜ਼ਗਾਰੀ ਹੈ ਜੀ, ਕਹਿੰਦੇ ਵੀ ਵਿਹਲਾ ਮਨ ਸ਼ੈਤਾਨ ਦੀ ਜਿਹੜੀ ਆ ਟੂਟੀ ਹੁੰਦਾ। ਹਾਂਜੀ, ਕਿਉਂਕਿ ਵਿਹਲਾ ਮਨ ਕੁਛ ਇਹੋ ਜਿਹੇ ਲੋਕ ਹੁੰਦੇ ਨੇ ਜਿਹੜੇ ਭਾਵੇਂ ਬਾਕੀ ਕੰਮ ਤਾਂ ਨਹੀਂ ਕਰਦੇ ਪਰ ਉਹਨਾਂ ਕੋਲ ਸਾਰਥਕ ਸੋਚ ਹੁੰਦੀ ਹੈ, ਅੱਛੀ ਸੋਚ ਹੁੰਦੀ ਆ। ਉਹ ਕੋਈ ਰਾਈਟਰ ਲਿਖਦਾ, ਕੋਈ ਥੀਏਟਰ ਕਰਦਾ, ਕੁਛ ਕਰਦਾ, ਕੋਈ ਸਮਾਜ ਨੂੰ ਹੋਰ ਭਲਾਈ ਦੇ ਕਾਰਜਾਂ 'ਚ ਲਾਉਂਦਾ। ਪਰ ਬਹੁਤੇ ਜਿਹੜੇ ਵਿਹਲੜ ਲੋਕ ਨੇ ਇਹ ਮਾਨਸਿਕ ਤੌਰ ਤੇ ਪਰੇਸ਼ਾਨ ਹੋ ਜਾਂਦੇ ਨੇ, ਔਰ ਮਾਨਸਿਕ ਤੌਰ ਤੇ ਇਕੱਲਾ ਜਿਹੜਾ ਅਕਲ ਹੈ ਉਹ ਉਹਨਾਂ ਨੂੰ ਡਿਪਰੈਸ਼ਨ 'ਚ ਲੈ ਜਾਂਦੀ ਹੈ। ਜਿਹੜਾ ਡਿਪਰੈਸ਼ਨ ਜਦੋਂ ਬੰਦਾ ਆਉਂਦਾ ਤਾਂ ਫਿਰ ਉਹ ਤੋਂ ਕੋਈ ਆਸ ਨਹੀਂ ਕੀਤੀ ਜਾ ਸਕਦੀ, ਉਹ ਹਵਾਨਾ ਵਾਲੇ ਕੰਮ ਜਿਹੜੇ ਸ਼ੁਰੂ ਕਰ ਦਿੰਦਾ। ਇਹ ਇੱਕ ਕਾਰਨ ਹੈ ਵੀ ਬਿਲਕੁਲ ਬਹੁਤ ਵੱਡਾ ਕਾਰਨ ਹੈ ਕਿ ਜੇ ਸਰਕਾਰ ਇਹਨਾਂ ਜਿਹੜੇ ਹੱਥਾਂ ਤੋਂ ਕੋਈ ਹੋਰ ਕੰਮ ਲਵੇ, ਇਹਨਾਂ ਦੇ ਦਿਮਾਗਾਂ ਤੋਂ ਕੋਈ ਕੰਮ ਹੋਰ ਲਵੇ, ਜਿਹੜੇ ਆਪਾਂ ਹੋਰ ਬਾਹਰਲੇ ਦੋ ਬੰਦਿਆਂ ਤੋਂ ਉਹ ਆਊਟਸੋਰਸਿੰਗ ਰਾਹੀਂ ਕੰਮ ਕਰਾਈ ਜਾਂਦੇ ਆ, ਜੇ ਇਹਨਾਂ ਨੌਜਵਾਨਾਂ ਨੂੰ ਇਹਨਾਂ ਨੂੰ ਇਸ ਕੰਮ 'ਚ ਲਾਇਆ ਜਾਵੇ ਤੇ ਸ਼ਾਇਦ ਇਸ ਪ੍ਰਵਿਰਤੀ 'ਚ ਜਿਹੜੀਆਂ ਇਹ ਘਟਨਾਵਾਂ ਇਹਨਾਂ 'ਚ ਵੀ ਰਾਹਤ ਮਿਲੇ। ਦੂਸਰਾ ਕਾਰਨ ਜਿਹੜਾ ਤੁਸੀਂ ਦੱਸਿਆ ਵੀ ਜਿਹੜਾ ਇਹ ਫੋਨ ਹੈ, ਮੀਡੀਆ ਦਾ ਫੋਨ, ਇਹ ਵੀ ਅੱਜ ਜਿਹੜੀਆਂ ਨਵੀਆਂ ਸਾਈਟ ਸਾਡੀਆਂ ਆ ਗਈਆਂ ਨੇ, ਉਹਨਾਂ ਨਵੀਆਂ ਸਾਈਟਾਂ ਤੇ ਸਰਕਾਰ ਨੂੰ ਵੀ ਪਾਬੰਦੀ ਲਾਉਣੀ ਚਾਹੀਦੀ ਆ। ਇਹ 'ਤੇ ਵੀ ਕੋਈ ਇਹੋ ਜਿਹਾ ਮੀਟਰ ਲੱਗਣਾ ਚਾਹੀਦਾ ਵੀ ਜਦੋਂ ਵੀ ਕੋਈ ਇੱਦਾਂ ਦੀਆਂ ਹਾਦਸੇ ਵਾਲੀਆਂ ਜਾਂ ਇੱਦਾਂ ਦੀਆਂ ਕੋਈ ਜਿਹੜੀਆਂ ਨੰਗੇਜ ਵਾਲੀਆਂ ਜਾਂ ਭੜਕਾਉਣ ਵਾਲੀਆਂ, ਸਾਡੇ ਮਤਲਬ ਮਨ ਨੂੰ ਭੜਕਾਉਣ ਵਾਲੀਆਂ ਇਹ ਵੀਡੀਓਜ਼ ਜਾਂ ਜਿਹੜੀਆਂ ਵੀ ਤਸਵੀਰਾਂ ਪੈਂਦੀਆਂ ਨੇ, ਇਹਨਾਂ ਨੂੰ ਵੀ ਜਿਹੜਾ ਵਾ ਉਹ ਉੱਤੇ ਜਿਹੜੀ ਉਹ ਨਜ਼ਰ ਰੱਖੇ। ਭਾਵੇਂ ਸਾਈਬਰ ਕ੍ਰਾਈਮ ਹੈ ਪਰ ਸਾਈਬਰ ਕ੍ਰਾਈਮ ਆਪਣਾ ਜਿਹੜਾ ਉਹ ਰੋਲ ਹੈ ਉਹ ਅੱਛੀ ਤਰ੍ਹਾਂ ਨਹੀਂ ਨਿਭਾ ਰਿਹਾ। ਪਤਾ ਨਹੀਂ ਭਾਰਤ ਦੇ ਕਾਨੂੰਨਾਂ 'ਚ ਕਿਤੇ ਨੁਕਸ ਹੈ ਜਾਂ ਭਾਰਤ ਦੇ ਸੰਵਿਧਾਨ ਦੇ ਕਾਨੂੰਨ 'ਚ ਕੋਈ ਚੋਰ ਮੋਰੀਆਂ ਨੇ ਵੀ ਕਿਸੇ ਨਾ ਕਿਸੇ ਢੰਗ ਦੇ ਨਾਲ ਉਹ ਬੰਦੇ ਜਿਹੜੇ ਨੇ, ਜਿਹੜੇ ਸ਼ਰਾਰਤੀ ਅਨਸਰ ਨੇ, ਜਿਨ੍ਹਾਂ ਨੇ ਇਹ ਸਾਰਾ ਇੱਕ ਸਿਸਟਮ ਤੋੜਿਆ ਹੋਇਆ, ਉਹ ਆਪਣਾ ਜਿਹੜਾ ਮਕਸਦ ਪੂਰਾ ਕਰਨ 'ਚ ਹੈਵੀ ਹੋ ਜਾਂਦੇ ਨੇ। ਸੋ ਇਹਨਾਂ 'ਤੇ ਵੀ ਜਿਹੜਾ ਮੇਰੇ ਹਿਸਾਬ ਨਾਲ ਸਰਕਾਰ ਨੂੰ ਜਿਹੜਾ ਸਭ ਤੋਂ ਵੱਡਾ ਜਿਹੜਾ ਰੋਲ ਹੈ ਉਹ ਸਰਕਾਰ ਦਾ ਹੈ, ਕਿਉਂਕਿ ਆਮ ਸੇਵ ਜਿਹੜੀਆਂ ਸਾਡੀਆਂ ਸਵੈ ਜਥੇਬੰਦੀਆਂ ਹੈਗੀਆਂ ਨੇ, ਜਿਹੜੀਆਂ ਸਾਡੀਆਂ NGOs ਨੇ, NGO ਜਿੰਨੀਆਂ ਵੀ ਸਾਡੀਆਂ ਹੈਗੀਆਂ, ਉਹਨਾਂ ਦੇ ਵੀ ਬਹੁਤ ਵੱਡੇ ਫਰਜ਼ ਨੇ। ਦੇਖੋ ਇਹੋ ਜਿਹਾ ਆਪਾਂ ਇੱਕ ਮਤਲਬ ਜਿਹੜੀ ਮੂਵਮੈਂਟ ਵਿੱਢੀਏ, ਇੱਕ ਇੱਦਾਂ ਦਾ ਮਤਲਬ ਸਮਾਜ ਦੇ ਅੰਦਰ ਜਾਗਰੂਕਤਾ ਪੈਦਾ ਕਰੀਏ ਵੀ ਤਾਂ ਕਿ ਸਾਡੀਆਂ ਧੀਆਂ ਸਾਡੀਆਂ ਰਹਿਣ, ਸਾਡੀਆਂ ਮਾਵਾਂ ਸਾਡੀਆਂ ਬਣ ਕੇ ਰਹਿਣ। ਕਹਿਣ ਦਾ ਭਾਵ ਜੇ ਬਗਾਨੇ ਦੀ ਜਿਹੜੀ ਆ ਮਾਂ ਆ ਉਹ ਸਾਡੀ ਮਾਂ ਹੋਵੇ, ਬਗਾਨੇ ਦੀ ਧੀ ਸਾਡੀ ਧੀ ਹੋਵੇ, ਹਰ ਚੀਜ਼ ਜਿਹੜੀ ਆ ਉਹ ਸਾਨੂੰ ਆਪਣਾਪਨ ਲੱਗੇ ਤੇ ਕੁਝ ਸੁਧਾਰ ਜਿਹੜਾ ਉਹ ਅਸੀਂ ਸਮਾਜ ਦੇ ਵਿੱਚੋਂ ਆਪਣੇ ਆਪ ਵੀ ਕਰ ਸਕਦੇ ਹਾਂ। ਔਰ ਦੂਸਰਾ ਸਰਕਾਰਾਂ ਦਾ ਜਿਹੜਾ ਰੋਲ ਹੈ ਉਹ ਇਹਦੇ ਨਿੰਦਣਯੋਗ ਹੈ। ਅਜੇ ਸਰਕਾਰਾਂ ਇਹਦੇ ਪ੍ਰਤੀ ਬਹੁਤੀਆਂ ਸੁਚੇਤ ਨਹੀਂ। ਉਹ ਵੀ ਇਹਨਾਂ ਘਟਨਾਵਾਂ ਤੋਂ, ਜਿਵੇਂ ਪੁਲਿਸ ਹੋਰ ਪ੍ਰਸ਼ਾਸਨ ਅੱਖਾਂ ਮੀਟ ਕੇ ਬੈਠਾ ਹੋਇਆ, ਉਹ ਅੱਖਾਂ ਮੀਟਣ ਦੇ ਬਹਿਦੇ ਜਿਹੜੇ ਨੇ ਇਹ ਲੋਕ ਲਈ ਜਾਂਦੇ ਨੇ। ਜੀ, ਮੇਰਾ ਅਗਲਾ ਸਵਾਲ ਹੈ ਤੁਹਾਨੂੰ। ਲਾਸਟ ਟਾਈਮ ਹੀ ਜਦੋਂ ਮੈਂ ਨਿਰਭਇਆ ਕਾਂਡ ਦੇ ਬਾਰੇ ਪੜ੍ਹ ਰਹੀ ਸੀ, ਸੋ ਇਹ ਜਿਹੜਾ ਹਾਦਸਾ ਹੈ 2012 ਦੇ ਵਿੱਚ ਵਾਪਰਿਆ ਸੀ ਤੇ ਪੂਰੇ 7 ਸਾਲ ਦੇ ਬਾਅਦ ਉਸ ਪਰਿਵਾਰ ਨੂੰ ਜਿਹੜਾ ਇਨਸਾਫ ਮਿਲਿਆ, ਕਿਉਂਕਿ ਆਪਣਾ ਇੰਡੀਅਨ ਜਿਹੜਾ ਲਾਅ ਹੈ ਇਹਦੇ ਅਕੋਰਡਿੰਗਲੀ ਕ੍ਰਿਮੀਨਲ ਨੂੰ ਰਾਈਟ ਹੈ ਕਿ ਉਹ ਪਹਿਲਾਂ ਜਿਵੇਂ ਲੋਅਰ ਕੋਰਟ, ਅਪਰ ਕੋਰਟ, ਹਾਈ ਕੋਰਟ, ਸੁਪਰੀਮ ਕੋਰਟ ਤੇ ਮਰਸੀ ਪਟੀਸ਼ਨ, ਇੰਟਰਨੈਸ਼ਨਲ ਪਟੀਸ਼ਨ, ਉਹ ਸਭ ਕੁਝ ਉਹ ਕਰਕੇ ਮਤਲਬ ਫਿਰ ਐਂਡ 'ਚ ਜਾ ਕੇ ਮਤਲਬ ਫਾਂਸੀ ਦੀ ਸਜ਼ਾ ਉਹਨਾਂ ਨੂੰ ਹੋ ਗਈ।
ਤੇ ਉਸ ਤੋਂ ਬਾਅਦ ਜਿਹੜੀ ਇਹ ਡਿਬੇਟ ਹੋਈ ਸੀ, ਡਿਬੇਟਸ ਦੇ ਵਿੱਚ ਕੁਝ ਜਿਹੜੇ ਰਿਸਰਚਰ ਸੀ ਉਹਨਾਂ ਦਾ ਕਹਿਣਾ ਸੀ ਕਿ ਜਦੋਂ ਸਭ ਕੁਝ ਇਹ ਪ੍ਰੂਫ ਹੋ ਗਿਆ ਕਿ ਇਸ ਬੰਦੇ ਨੇ ਕ੍ਰਾਈਮ ਕੀਤਾ ਹੈ, ਠੀਕ ਹੈ, ਤੇ ਉਸ ਤੋਂ ਬਾਅਦ 7 ਸਾਲ ਦਾ ਸਮਾਂ, ਇੰਨਾ ਲੰਮਾ ਸਮਾਂ ਪਾਉਣਾ ਕਿ ਇਹ ਵਾਜਿਬ ਹੈ ਕਿ ਉਸੇ ਟਾਈਮ ਜਾਂ ਕੁਝ ਟਾਈਮ ਦੇ ਬਾਅਦ ਉਹਨਾਂ ਨੂੰ ਸਜ਼ਾ ਦੇਣੀ, ਕਿ ਉਹ ਠੀਕ ਹੈ, ਜਾਂ 7 ਸਾਲ ਉਹਨਾਂ ਦੇ ਸਿਰ ਤੇ ਜਿਹੜੀ ਤਲਵਾਰ ਲਟਕੀ ਰਹੀ ਕਿ ਹਾਂ ਸਾਨੂੰ ਫਾਂਸੀ ਹੋ ਜਾਣੀ ਹੈ। ਸੋ ਕਿਤੇ ਨਾ ਕਿਤੇ ਜਾ ਕੇ ਉਹਨਾਂ ਦੇ ਜ਼ਿਹਨ ਵਿੱਚ ਵੀ ਇਹ ਗੱਲ ਉਹਨਾਂ ਨੂੰ ਦਿਨ ਰਾਤ ਸਤਾਉਂਦੀ ਸੀ। ਸੋ ਇਸੇ ਵਜ੍ਹਾ ਦੇ ਨਾਲ ਸ਼ਾਇਦ 1-2 ਕੈਦੀਆਂ ਨੇ ਵੀ ਸੁਸਾਈਡ ਉੱਥੇ ਕਰ ਲਿਆ ਸੀ। ਸੋ 7 ਸਾਲ ਦਾ ਲੰਮਾ ਸਮਾਂ ਪਾਉਣਾ ਕਿਸੇ ਨੂੰ ਸਜ਼ਾ ਦੇਣ ਦੇ ਵਿੱਚ, ਕੀ ਇਹ ਠੀਕ ਹੈ ਜਾਂ ਫਿਰ ਇਮੀਡੀਏਟ ਜਿਵੇਂ ਤੇਲੰਗਾਨਾ ਪੁਲਿਸ ਨੇ ਕੀਤਾ ਸੀ, ਉਹਨਾਂ ਨੇ ਇਨਕਾਊਂਟਰ ਕਰ ਦਿੱਤਾ। ਸੋ ਉਸ ਚੀਜ਼ ਦੇ ਲਈ ਅਸੀਂ ਜਿਹੜਾ ਹੈਦਰਾਬਾਦ ਰੇਪ ਕੇਸ ਹੋਇਆ ਸੀ, ਉਸ ਚੀਜ਼ ਦੇ ਲਈ ਅਸੀਂ ਹੈਦਰਾਬਾਦ ਪੁਲਿਸ ਨੇ ਸੈਲੂਟ ਕਰੀਏ ਜਾਂ ਫਿਰ ਅਸੀਂ ਇਹ ਅਪੀਲ ਕਰਾਂਗੇ ਸਰਕਾਰ ਅੱਗੇ ਕਿ ਹਾਂ ਪੂਰੇ ਕੇਸ ਦੀ ਇਨਵੈਸਟੀਗੇਸ਼ਨ ਕਰਨ ਤੋਂ ਬਾਅਦ ਉਸ ਤੋਂ ਬਾਅਦ ਸਜ਼ਾ ਜਿਹੜੀ ਹੈ ਨਿਰਧਾਰਿਤ ਹੋਣੀ ਚਾਹੀਦੀ ਹੈ, ਕਿਉਂਕਿ ਹੋ ਸਕਦਾ ਹੈ ਕਿਤੇ ਨਾ ਕਿਤੇ ਜਾ ਕੇ ਕੋਈ ਜਿਹੜਾ ਬੇਕਸੂਰ ਹੈ ਇਸ ਦੇ ਵਿੱਚ ਨਾ ਮਾਰਿਆ ਜਾਵੇ। ਸੋ ਤੁਹਾਨੂੰ ਕੀ ਲੱਗਦਾ ਹੈ ਸਮਾਂ ਕਿੰਨਾ ਕੁ ਜਾਇਜ਼ ਹੋਣਾ ਚਾਹੀਦਾ ਹੈ? ਇਹ ਗੱਲ ਤਾਂ ਜੈਨੂਇਨ ਹੈ, ਜਾਇਜ਼ ਹੈ ਵੀ ਸਾਡਾ ਜਿਹੜਾ ਵਿਧਾਨ ਵਾਲਾ ਜਿਹੜਾ ਇੱਧਰ ਸਾਡਾ ਜਿਹੜੇ ਨਿਆਂਪਾਲਕਾ ਨਾ, ਨਿਆਂਪਾਲਕਾ ਦੇ ਕੇਸਾਂ ਨੂੰ ਲਟਕਾ ਦੇਣਾ ਜੀ, ਇੱਕ ਬੰਦੇ ਨੂੰ 7 ਸਾਲ ਇਸ ਗੱਲ ਲਈ ਅੰਦਰ ਰੱਖਣਾ ਤੇ ਉਹ ਬੰਦੇ ਜਿਨ੍ਹਾਂ ਦੇ ਨਾਲ ਇਹ ਘਟਨਾ ਘਟੀ ਸੀ ਉਹਨਾਂ ਬੰਦਿਆਂ ਨੂੰ ਉਹਦਾ ਇਨਸਾਫ ਨਾ ਮਿਲਣਾ, ਇਨਸਾਫ ਦੀ ਦੇਰੀ ਵੀ ਜਿਹੜੀ ਹੈ ਉਹ ਵੀ ਉਹਨਾਂ ਨਾਲ ਘਾਤਕ ਹੈ ਜੀ। ਬਣਦਾ ਤੇ ਇਹ ਹੁੰਦਾ ਵੀ ਜੇ ਕਿਸੇ ਬੰਦੇ ਨੇ ਜੁਰਮ ਕੀਤਾ ਤੇ ਜੁਰਮ ਦੀ ਸਜ਼ਾ ਜਿਹੜੀ ਆ ਉਹਦਾ ਇੱਕ ਟਾਈਮ ਫਿਕਸ ਹੋਵੇ ਜੀ। ਠੀਕ ਹੈ, ਸਾਡੇ ਹਿੰਦੁਸਤਾਨ ਦੇ ਕਾਨੂੰਨ 'ਚ ਹੈਗੀਆਂ, ਥੱਲੇ ਲੋਅਰ ਕੋਰਟ ਹੈ, ਡਿਸਟ੍ਰਿਕਟ ਕੋਰਟ ਹੈ, ਫਿਰ ਸਾਡਾ ਹਾਈ ਕੋਰਟ ਹੈ, ਸੁਪਰੀਮ ਕੋਰਟ ਹੈ, ਫਿਰ ਸਾਡੀ ਅਪੀਲ ਜਿਹੜੀ ਆ ਉਹ ਰਾਸ਼ਟਰਪਤੀ ਹੈ। ਪਰ ਇੱਕ ਐਡਾ ਲੰਮਾ ਜਿਹੜਾ ਪੀਰੀਅਡ ਹੈ ਉਹ ਖਿੱਚ ਕੇ ਲੈ ਜਾਣਾ, ਇਹਨਾਂ ਦੇ ਕਰਕੇ ਹੀ ਜਿਹੜਾ ਦੂਸਰੇ ਬੰਦੇ ਨੂੰ ਹੌਸਲਾ ਮਿਲਦਾ ਵੀ 7-8 ਸਾਲ ਤੱਕ ਕੋਈ ਕੱਖ ਨਹੀਂ ਹੁੰਦਾ, ਫਿਰ ਕੋਈ ਨਾ ਕੋਈ ਜੁਗਾੜ ਲਾ ਲਾਂਗੇ ਉਹ ਇਸ ਕਰ। ਸੋ ਜਿਹੜਾ ਵੀ ਤੇਲੰਗਾਨਾ 'ਚ ਹੋਇਆ ਆਪਾਂ ਸਮਝਦੇ ਹਾਂ ਵੀ ਕਿਸੇ ਬੰਦੇ ਨੂੰ ਇਮੀਡੀਏਟਲੀ ਸਜ਼ਾ ਦੇਣੀ ਗਲਤ ਹੈ ਜੀ, ਕੋਈ ਇਨਕਾਊਂਟਰ ਕਰ ਦੇਣਾ ਜਾਂ ਕੁਝ ਕਰ ਦੇਣਾ ਇਹ ਗਲਤ ਹੈ ਜਦ ਤੱਕ ਅਪਰੂਵ ਨਹੀਂ ਹੁੰਦਾ। ਪਰ ਅਪਰੂਵ ਕਰਨ 'ਚ ਇੰਨਾ ਟਾਈਮ ਲਾ ਦੇਣਾ ਉਹ ਵੀ ਗਲਤ ਹੈ, ਉਹ ਸਭ ਤੋਂ ਜ਼ਿਆਦਾ ਗਲਤ ਹੈ ਜੀ। ਕਿਉਂਕਿ ਜਦੋਂ ਪਤਾ ਹੈ ਸਾਰੇ ਐਵੀਡੈਂਸ ਉਹਦੇ ਖਿਲਾਫ ਨੇ, ਸਭ ਕੁਝ ਖਿਲਾਫ ਹੈ, ਤਾਂ ਫਿਰ ਉਹਨੂੰ ਦੇਰੀ ਕਿਉਂ ਕਰਨੀ? ਹਿੰਦੁਸਤਾਨ 'ਚ ਪਤਾ ਨਹੀਂ ਕਿੰਨੇ ਕੇਸ ਲੰਬਿਤ ਪਏ ਨੇ, ਹਜ਼ਾਰਾਂ ਹੀ ਕੇਸ ਜਿਹੜੇ ਨੇ ਕੋਰਟਾਂ ਕਚਹਿਰੀਆਂ 'ਚ ਲੰਬਿਤ ਨੇ, ਪਰ ਉਹ ਕੋਰਟਾਂ ਕਚਹਿਰੀਆਂ ਜਿਹੜੇ ਕੇਸ ਨੇ ਉਹ ਤਰੀਕ ਵਾਲਾ ਕੰਮ ਹੈ। ਸੋ ਇਹ ਸਿਸਟਮ 'ਚ ਜਦੋਂ ਤੱਕ ਸੁਧਾਰ ਨਹੀਂ ਹੁੰਦਾ, ਮਾਨਸਿਕ ਤੌਰ 'ਤੇ ਬੰਦੇ ਜਿਹੜੇ ਨੇ ਉਹ ਤਿਆਰ ਨਹੀਂ ਹੁੰਦੇ, ਜਦ ਤੱਕ ਇਹ ਸਾਰੇ ਕੁਝ ਨੂੰ ਹਾਲਾਤਾਂ ਨੂੰ ਸਮਝ ਕੇ ਇੱਕ ਅੱਛੀ ਸੋਚ ਡਿਵੈਲਪ ਨਹੀਂ ਕਰਦੇ, ਉਦੋਂ ਤੱਕ ਹਿੰਦੁਸਤਾਨ ਦੀ ਕਿਸੇ ਵੀ ਮਤਲਬ ਇਹ ਸਾਰੇ ਸਿਸਟਮ 'ਚ ਕਿਤੇ ਨਾ ਕਿਤੇ ਕੋਈ ਨੁਕਸ ਜ਼ਰੂਰ ਹੈ। ਸੋ ਉਹ ਨੁਕਸ ਨੂੰ ਦੂਰ ਕੀਤਾ ਜਾਵੇ ਤੇ ਤਾਂ ਹੀ ਜਿਹੜੇ ਮੁਜਰਮ ਨੇ ਗਲਤੀ ਕੀਤੀ ਹੈ, ਗੁਨਾਹ ਕੀਤਾ, ਉਹਨੂੰ ਜਲਦੀ ਤੋਂ ਜਲਦੀ ਜਿਹੜੀ ਆ ਉਹ ਭਾਰਤ ਦੀ ਸਰਕਾਰ ਜਿਹੜੀ ਆ, ਸਾਡੀਆਂ ਕੋਰਟਾਂ ਜਿਹੜੀਆਂ ਨੇ ਉਹਨੂੰ ਸਜ਼ਾ ਦੇਣ ਤੇ ਇਹਦੇ ਤੇ ਕੁਛ ਨਾ ਕੁਛ ਠੱਲ ਪੈ ਸਕਦੀ ਹੈ ਜੀ। ਬਿਲਕੁਲ। ਸੋ ਅਜਿਹਾ ਇੱਕ ਮਾਮਲਾ ਹੋਰ ਸਾਹਮਣੇ ਆਇਆ ਸੀ ਜਿੱਥੇ ਕਸ਼ਮੀਰ ਦੇ ਵਿੱਚ ਕਥੂਆ ਜਿਹੜੀ ਇੱਕ ਜਗ੍ਹਾ ਪੈਂਦੀ ਹੈ, ਸੋ ਕਥੂਆ ਵਿੱਚ ਇੱਕ ਹਾਂਜੀ ਉੱਥੇ ਵੀ ਇੱਕ ਲੜਕੀ ਦੇ ਨਾਲ ਰੇਪ ਹੋਇਆ ਸੀ ਜਿਸ ਦੇ ਵਿੱਚ 6-7 ਬੰਦੇ ਇਨਵੋਲਵ ਸੀ ਤੇ 2 ਤਾਂ ਸ਼ਾਇਦ ਪੁਲਿਸ ਅਧਿਕਾਰੀ ਸੀ ਉਸ ਦੇ ਵਿੱਚ ਇਨਵੋਲਵ। ਲੜਕੀ ਮੁਸਲਿਮ ਸੀ ਤੇ ਬਾਕੀ ਕੁਝ ਹਿੰਦੂ ਵਰਗ ਦੇ ਪੁਲਿਸ ਕਰਮੀ ਸੀ। ਸੋ ਜਦੋਂ ਇਹ ਸਭ ਕੁਝ ਪ੍ਰੂਵ ਹੋ ਗਿਆ, ਤੁਸੀਂ ਦੇਖੋ ਕਿੱਡੀ ਸ਼ਰਮ ਵਾਲੀ ਗੱਲ ਹੈ, ਜਿਸ ਮੰਦਿਰ ਦੇ ਵਿੱਚ ਲੋਕੀ ਪੂਜਾ ਕਰਦੇ ਨੇ ਉੱਥੇ ਉਸ ਲੜਕੀ ਨੂੰ 7 ਦਿਨ ਲਗਾਤਾਰ ਉੱਥੇ ਬੰਦ ਰੱਖ ਕੇ ਨਸ਼ੀਨੀ ਦਵਾਈ ਦੇ ਕੇ ਉਹਨੂੰ ਛੋਟੀ ਜਿਹੀ ਬੱਚੀ ਨੂੰ ਲਗਾਤਾਰ ਉਸ ਦੇ ਨਾਲ ਜਬਰ ਜਨਾਹ ਹੁੰਦਾ ਰਿਹਾ। ਉਸ ਤੋਂ ਬਾਅਦ ਸਾਰੇ ਜਿਹੜੇ ਆਪਣੇ ਕ੍ਰਿਮੀਨਲਸ ਨੇ ਉਸ ਦੇ ਨਾਲ ਗਲਤ ਕੰਮ ਕਰਕੇ ਬਾਅਦ ਵਿੱਚ ਉਹੀ ਜਿਹੜਾ ਪਾਠ ਹੈ, ਪੂਜਾ, ਉਹ ਲਗਾਤਾਰ ਉਸ ਦੇ ਵਿੱਚ ਕੰਟੀਨਿਊ ਜਾਰੀ ਰਿਹਾ ਤਾਂ ਕਿ ਉੱਥੋਂ ਦੇ ਲੋਕਾਂ ਨੂੰ ਕੋਈ ਸ਼ੱਕ ਨਾ ਪਵੇ ਕਿ ਇਸ ਸਥਾਨ ਦੇ ਉੱਤੇ ਕੀ ਜਿਹੜਾ ਵੀ ਗਲਤ ਕਾਰਨਾਮਾ ਕੀ ਹੋ ਰਿਹਾ ਇੱਥੇ। ਸੋ ਮੈਨੂੰ ਸਭ ਤੋਂ ਘਟੀਆ ਗੱਲ ਇੱਕ ਤਾਂ ਇਹ ਲੱਗੀ ਹੈ ਕਿ ਇਹੋ ਜਿਹੇ ਰੱਬ ਨੂੰ ਮੰਨਣ ਦਾ ਕੀ ਫਾਇਦਾ ਜਿਸ ਜਗ੍ਹਾ ਤੇ ਤੁਸੀਂ ਕਿਸੇ ਦੇ ਨਾਲ ਐਡਾ ਗੰਦਾ ਜਬਰ ਜਨਾਹ ਕਰ ਰਹੇ ਹੋ ਤੇ ਦੂਸਰਾ ਤੁਸੀਂ ਪਰਮਾਤਮਾ ਨੂੰ ਉਸੇ ਜਗ੍ਹਾ ਤੇ ਹੀ ਮੰਨ ਰਹੇ ਹੋ। ਰੱਬ ਦੇ ਤੇ ਉਹ ਨੇੜੇ ਤੱਕ ਨਹੀਂ ਜਾਂਦੇ ਜੀ, ਸਹਾਰਾ ਜ਼ਰੂਰ ਲੈਂਦੇ ਨੇ, ਇਹ ਮੱਲਦੇ ਨੇ, ਮੰਨਦੇ ਨਹੀਂ। ਮੱਲਣਾ ਤੇ ਮੰਨਣਾ ਇਹ 2 ਅੰਤਰ ਨੇ ਜੀ। ਹਰ ਬੰਦਾ ਕਹਿੰਦਾ ਇਹ ਮੇਰਾ ਹੈ, ਇਹ ਮੇਰਾ ਹੈ, ਪਰ ਜੇ ਆਪਾਂ ਕਹੀਏ ਵੀ ਉਹਦੇ ਵਿਚਾਰ, ਉਹਦੇ ਕੰਮ ਉਹ ਤੇਰੇ ਨਹੀਂ, ਉਹ ਨਹੀਂ ਮੰਨਣਾ ਜੀ। ਮੰਨਣਾ ਜਿਹੜਾ ਉਹ ਸੌਖਾ। ਸੋ ਇਹ ਜਿਹੜੇ ਘਿਨਾਉਣੇ ਕਾਰਨ ਹੋਏ ਉੱਥੇ ਕਠੂਏ JNK 'ਚ ਵੀ ਜਿਹੜਾ ਇਹ ਹੋਇਆ, ਉੱਥੇ ਇੱਕ ਪੂਰੀ ਦੀ ਪੂਰੀ ਲਾਂਬੀ ਜਿਹਦੇ ਕਿ ਸਰਕਾਰ ਇਨਵੋਲਵ ਸੀ ਜੀ। ਸਰਕਾਰ ਦੇ ਬੰਦੇ ਨਾਲ ਦੁੱਖ ਤੇ ਉਸ ਵੇਲੇ ਹੁੰਦਾ ਵੀ ਇੱਕ ਆਮ ਬੰਦਾ ਜੇ ਕੋਈ ਕਿਸੇ ਬੰਦੇ ਨੇ ਕੋਈ ਘਟਨਾ ਕੱਟੀ ਹੈ
ਤੇ ਘੱਟੋ ਘੱਟ ਸਾਨੂੰ ਉਹ ਸਰਕਾਰੀ ਅਦਾਰੇ ਤੋਂ, ਸਾਨੂੰ ਪੁਲਿਸ ਤੋਂ ਕੋਈ ਰਾਹਤ ਮਿਲੂਗੀ। ਪਰ ਉਹ 'ਚ ਤੇ ਸਾਰੇ ਇਨਵਾਲਵ ਵੀ ਇਹੀ ਸੀ ਜੀ। ਜਦੋਂ ਉਹਨਾਂ ਨੂੰ ਪਕੜਿਆ ਪੁਲਿਸ ਨੇ, ਉਹ ਸਭ ਤੋਂ ਵੱਡੀ ਹੈਰਾਨੀ ਵਾਲੀ ਗੱਲ ਤਾਂ ਮੈਨੂੰ ਇਹ ਲੱਗੀ ਕਿ ਉਸ ਵਕਤ ਜਦੋਂ ਪੁਲਿਸ ਕਰਮੀਆਂ ਨੂੰ ਪੁਲਿਸ ਨੇ ਅਰੈਸਟ ਕਰ ਲਿਆ, ਫੋਰੈਂਸਿਕ ਜਿਹੜੀ ਲੈਬ 'ਚ ਟੈਸਟ ਹੋਏ, ਰਿਪੋਰਟਸ ਹੋਈਆਂ, ਉਹਦੇ ਵਿੱਚ ਵੀ ਕਾਫੀ ਚੇਂਜਸ ਆ ਗਏ। ਸੈਕੰਡਲੀ ਉੱਥੋਂ ਦੇ ਜਿਹੜੇ ਵਸਿੰਦੇ ਲੋਕ ਸੀ ਉਹਨਾਂ ਦੇ ਸਮਰਥਨ ਦੇ ਲਈ ਧਰਨੇ ਲਾਣੇ ਸ਼ੁਰੂ ਕਰ ਦਿੱਤੇ ਉਹਨਾਂ ਨੇ ਕਿ ਪੁਲਿਸ ਨੇ ਇਹਨਾਂ ਤੇ ਗਲਤ ਪਰਚਾ ਜਿਹੜਾ ਹੈ ਦਰਜ ਕੀਤਾ, ਜਦਕਿ ਫੋਰੈਂਸਿਕ ਲੈਬ ਦੀ ਰਿਪੋਰਟ ਦੇ ਅਕੋਰਡਿੰਗਲੀ ਉਹ ਸਭ ਕੁਝ ਸਹੀ ਸੀ। ਉਸ ਤੋਂ ਬਾਅਦ ਤਾਂ ਖੈਰ ਸ਼ਾਇਦ ਉੱਥੇ ਕਿਤੇ ਨਾ ਕਿਤੇ ਜਾ ਕੇ ਲੱਗਦਾ ਸੀ ਕਿ ਪੋਲੀਟੀਕਲ ਦਬਾਅ ਹੈ ਉਹਨਾਂ ਤੇ। ਉਹ ਤਾਂ ਜਦੋਂ ਪੋਲੀਟੀਕਲ ਲੋਕ ਇਨਵਾਲਵ ਸੀ ਨਾ ਉਹਦੇ 'ਚ। ਜੀ ਜੀ। ਕੋਈ ਇੱਕ ਪਹਿਲੀ ਦੀ ਗੱਲ ਮੈਡਮ ਇਹ ਹੈ ਕਿ ਕੋਈ ਵੀ ਇਹੋ ਜਿਹੀ ਘਟਨਾ ਜੀ ਬਲਾਤਕਾਰ ਦੀ ਹੋਵੇ, ਜਿੱਦਾਂ ਰੇਪ ਦੀ ਹੋਵੇ, ਜਾਂ ਕਿਸੇ ਦਲਿਤ ਕੁੜੀ ਨੂੰ ਇਦਾਂ ਦਾ ਖਿੱਚ-ਧੂ ਕੀਤੀ ਹੋਵੇ, ਜਾਂ ਹੋਰ ਇਹੋ ਜਿਹੀਆਂ ਜਿੰਨੀਆਂ ਵੀ ਘਟਨਾਵਾਂ ਘਟਦੀਆਂ, ਇਹਦੇ ਪਿੱਛੇ ਇਕੱਲਾ ਬੰਦਾ ਨਹੀਂ ਹੁੰਦਾ ਜੀ। ਇਹਦੇ ਪਿੱਛੇ ਜਿਹੜਾ ਪ੍ਰਸ਼ਾਸਨ ਜਾਂ ਸਾਡੀ ਜਿਹੜੀ ਸਿਆਸਤ ਹੈ ਉਹਦੇ ਲੋਕ ਜਿਹੜੇ ਨੇ ਉਹਦੇ ਪਿੱਠ ਪਿੱਛੇ ਹੁੰਦੇ ਨੇ। ਜੇ ਇਹ ਦੋ ਬੰਦੇ ਜਾਂ ਇਹ ਦੋ ਤਾਕਤਾਂ ਆਪਣੀ ਜਿਹੜੀ ਬਾਜ਼ ਅੱਖ ਰੱਖਣ ਜੀ ਤੇ ਆਮ ਬੰਦੇ ਦਾ ਇਹ ਜਿਹੜਾ ਹੈ ਉਹ ਹਿੰਮਤ ਨਹੀਂ ਪੈਂਦੀ। ਜਿੰਨੀਆਂ ਵੀ ਘਟਨਾਵਾਂ ਹੁਣ ਤੱਕ ਆਪਾਂ ਇਨਵੈਸਟੀਗੇਟ ਕਰ ਚੁੱਕੇ ਹਾਂ ਜਾਂ ਖੋਜ ਕਰ ਚੁੱਕੇ ਹਾਂ, ਤਾਂ ਆਪਣੇ ਪੜਚੋਲ 'ਚ ਵੀ ਆਉਣਗੀਆਂ, ਆਪਣੇ ਇਸ ਪ੍ਰੋਗਰਾਮ 'ਚ ਵੀ ਆਉਣਗੀਆਂ। ਸੋ ਉਹਨਾਂ ਸਾਰਿਆਂ ਦੇ ਪਿੱਛੇ ਕਿਤੇ ਨਾ ਕਿਤੇ ਜਿਹੜੀ ਆ ਉਹ ਸਰਕਾਰ ਦੀ ਤੇ ਜਿਹੜੀ ਹੈਗੀ ਸਾਡੀ ਪੋਲੀਟੀਕਲ ਸਿਆਸੀ ਜਿਹੜਾ ਦਬਾਅ ਉਹ ਬਣਿਆ ਰਿਹਾ। ਹਰ ਬੰਦਾ ਕਹਿੰਦਾ ਮੇਰੇ ਦੇ ਚਾਚੇ ਦਾ ਮੁੰਡਾ ਫਲਾਣਾ, ਢਿੰਗੜੇ ਦਾ ਮੁੰਡਾ। ਕਦੇ ਵੀ ਕੋਈ ਇਹੋ ਜਿਹੀ ਘਟਨਾ ਨਹੀਂ ਘਟੀ ਜਿੱਥੇ ਇਹਨਾਂ ਬੰਦਿਆਂ ਦੀ ਇਨਵੋਲਵਮੈਂਟ ਨਾ ਹੋਵੇ ਜੀ। ਸੋ ਇਹ ਹਰ ਥਾਂ ਤੇ ਉਹ ਵੱਖਰੀ ਗੱਲ ਹੈ ਵੀ ਉਹ ਪ੍ਰਭਾਵ ਹੇਠ ਆਪਣਾ ਇੰਨਾ ਉਹਨਾਂ ਦਾ ਜ਼ਿਆਦਾ ਪ੍ਰਭਾਵ ਹੁੰਦਾ ਵੀ ਉਹ ਮਤਲਬ ਜਿਹੜੇ ਪਰਦੇ ਦੇ ਪਿੱਛੇ ਰਹਿ ਕੇ ਇਹ ਸਾਰੀਆਂ ਜਿਹੜੀਆਂ ਨੇ ਜਿਹੜੀਆਂ ਉਹ ਮੂਰਤੀਆਂ ਨੇ ਉਹਨਾਂ ਨੂੰ ਨਚਾਈ ਜਾਂਦੇ ਨੇ ਤੇ ਆਪ ਉਹ ਪਰਦੇ ਦੇ ਪਿੱਛੇ ਹੁੰਦੇ ਨੇ, ਜਦੋਂ ਕਿ ਸਾਰੇ ਦੋਸ਼ੀ ਜਿਹੜੇ ਨੇ ਉਹ ਖੁਦ ਆਪ ਨਾਲ ਹੁੰਦੇ ਨੇ। ਜੀ ਬਿਲਕੁਲ। ਸੋ ਮੈਨੂੰ ਪੋਲੀਟੀਕਲ ਦਬਾਅ ਤਾਂ ਪੂਰੀ ਤਰ੍ਹਾਂ ਹੀ ਨਜ਼ਰ ਆਉਂਦਾ ਕਿਉਂਕਿ ਉਸ ਕੇਸ ਦੇ ਵਿੱਚ ਟੋਟਲ ਜਿਹੜੇ 7 ਦੋਸ਼ੀ ਸੀ, ਇੱਕ ਨੂੰ ਤਾਂ ਜਿਹੜਾ ਬਰੀ ਕਰ ਦਿੱਤਾ ਤੇ 6 ਸੀ। 6 ਦੇ ਵਿੱਚੋਂ ਜਿਹੜੇ 3 ਹੈ ਉਹਨਾਂ ਨੂੰ ਤਾਂ ਉਮਰ ਕੈਦ ਹੋ ਚੁੱਕੀ ਹੈ ਤੇ ਜਿਹੜੇ 3 ਹੈ ਉਹਨਾਂ ਨੂੰ 5-5 ਸਾਲ ਦੀ ਸਜ਼ਾ ਹੋਈ ਹੈ। ਸੋ ਕਿਤੇ ਦੇਖੋ ਸਰ, ਇੱਕ ਤਾਂ ਹੁੰਦਾ ਹੈ ਕਿ ਫਾਂਸੀ ਦੀ ਸਜ਼ਾ, ਜਦੋਂ ਫਾਂਸੀ ਦੀ ਸਜ਼ਾ ਨਿਰਧਾਰਿਤ ਹੀ ਕਰ ਦਿੱਤੀ ਗਈ ਹੈ, ਫਿਰ ਉਮਰ ਕੈਦ ਦਾ ਕੀ ਉਸ ਦੇ ਵਿੱਚ ਸੀ? ਉਹਦੇ 'ਚ ਇਨਵੋਲਵਮੈਂਟ ਦੱਸਦਾ ਵੀ ਉਹਦੇ 'ਚ ਇਹੋ ਜਿਹੀਆਂ ਕੋਈ ਚੋਰ ਮੋਰੀਆਂ, ਜਦੋਂ ਕੋਈ ਵੀ ਕਿਸੇ ਚੀਜ਼ ਦੇ ਅਗੇਂਸਟ ਪਰਚਾ ਦਰਜ ਹੁੰਦਾ ਨਾ, FIR ਦਰਜ ਹੁੰਦੀ ਹੈ, ਤੇ ਜਿਹੜਾ ਸਾਡਾ IO ਹੈ ਜਾਂ ਸਾਡਾ ਜਿਹੜਾ ਪ੍ਰਸ਼ਾਸਨ ਹੈ ਉਹ 'ਤੇ ਕਿੱਦਾਂ ਦਾ ਪ੍ਰਭਾਵ, ਦਬਾਅ ਕਿੱਦਾਂ ਦਾ। ਜੇ ਤਾਂ ਬੰਦਾ ਨਿਊਟਰਲ ਹੈ, ਜਿਹਨੂੰ ਉਹ ਆਪਣੀ ਇਸ ਨਜ਼ਰ ਨਾਲ ਦੇਖੇ ਵੀ ਇਹ ਗਲਤ ਹੋ ਰਿਹਾ, ਤਾਂ ਉਹ ਆਪਣੇ ਲੈਵਲ 'ਤੇ ਜਿਹੜੀ ਆ ਉਹ ਜਿਮ ਨਹੀਂ ਕੱਟਦਾ ਜੀ। ਠੀਕ ਹੈ। ਤੇ ਜਿੱਥੇ ਦਬਾਅ ਹੋਵੇ ਉਹ ਜਿਹੜਾ ਕੁਰਸੀ ਤੇ ਬੈਠਾ ਇਨਵੈਸਟੀਗੇਟ ਅਫਸਰ ਹੈ ਉਹਦੇ ਵੱਸ ਨਹੀਂ ਰਹਿੰਦਾ। ਉਹਨੂੰ ਜਿਸ ਤਰ੍ਹਾਂ ਨਾ ਪੋਲੀਟੀਸ਼ੀਅਨ ਲੋਕਾਂ ਨੇ ਜਾਂ ਉਹਦੇ ਅਥਾਰਟੀਜ਼ ਨੇ ਜਿਵੇਂ ਜਿਵੇਂ ਉਹਨੂੰ ਕਿਹਾ ਉਹਨੇ ਉਸੇ ਤਰ੍ਹਾਂ ਕਰਤਾ। ਜਿਨ੍ਹਾਂ ਕੇਸਾਂ ਦੇ ਪਿੱਛੇ ਇਹ ਸਾਰਾ ਕੁਝ ਹੋਇਆ ਜਾਂ ਜਿੰਨੇ ਵੀ ਆ ਕੇਸ ਨਿਰਭੈ ਵਾਲੇ ਜਾਂ ਦੂਸਰੇ ਜਿਹੜੇ ਇਨਵੈਸਟੀਗੇਟ ਹੋਏ ਨੇ, ਇਹ ਬਹੁਤ ਉਚਲੇ ਪੱਧਰ ਤੇ ਉਛਾਲੇ ਜਾ ਚੁੱਕੇ ਸੀ। ਪਬਲਿਕ ਬਹੁਤ ਲੋਕਾਂ ਦੇ ਨਾਲ ਖੜ ਗਈ ਸੀ, ਨਹੀਂ ਤੇ ਹੋ ਸਕਦਾ ਇਹਨਾਂ ਕੇਸਾਂ 'ਚ ਵੀ ਸਜ਼ਾ ਨਾ ਹੁੰਦੀ ਉਹਨਾਂ ਨੂੰ ਜੀ। ਬਿਲਕੁਲ। ਉਹ ਸਿਰਫ ਇਸ ਕਰਕੇ ਵੀ ਪਬਲਿਕ ਜਿਹੜਾ ਹਾਈਲਾਈਟ ਗੱਲ ਹੋ ਚੁੱਕੀ ਸੀ, ਹਾਈਲਾਈਟ ਗੱਲ ਹੋਣ ਨਾਲ ਇਹ ਸਿਰ ਜਿਹੜਾ ਉਹ ਜਦੋਂ ਕਾਨੂੰਨ ਜਿਹੜਾ ਉਹ ਫਿਰ ਉਹ ਦੇਖਦਾ ਵੀ ਇਸ ਵੇਲੇ ਬਹੁਤ ਵੱਡਾ ਵਿਰੋਧ ਹੈ, ਇੱਕ ਥੱਲਾ ਇੰਡੀਆ 'ਚ ਨਹੀਂ, ਭਾਰਤ 'ਚ ਨਹੀਂ, ਇਹ ਵਿਦੇਸ਼ਾਂ 'ਚ ਧਰਤੀ 'ਤੇ ਬੈਠੇ ਲੋਕਾਂ ਦੇ ਤੌਰ 'ਤੇ ਵੀ ਵਿਚਰ ਗਿਆ ਸੀ। ਸੋ ਇਸ ਕਰਕੇ ਜਿਹੜੀ ਉਹਨਾਂ ਦੀ ਸਜ਼ਾਵਾਂ ਦੇ ਵਿੱਚ ਉਹ ਕਮੀ ਆਈ। ਇਹ ਵੱਖਰੀ ਗੱਲ ਵੀ ਕਾਨੂੰਨ ਕਹਿੰਦਾ ਵੀ ਜਿੱਦਾਂ ਦਾ ਕਿਸੇ ਨੇ ਜੁਰਮ ਕੀਤਾ ਉੱਦਾਂ ਦੀ ਉਹਨੂੰ ਸਜ਼ਾ ਦੇਣੀ ਹੈ, ਪਰ ਕੁਝ ਹਾਲਾਤਾਂ ਦੇ ਵਿੱਚ ਇਹੋ ਜਿਹਾ ਵੀ ਵੇਖਿਆ ਸੀ ਵੀ ਜੁਰਮ ਬਹੁਤ ਵੱਡਾ ਹੁੰਦਾ ਪਰ ਸਜ਼ਾ ਬਹੁਤ ਛੋਟੀ ਹੁੰਦੀ ਆ। ਕਿਤੇ ਜੁਰਮ ਬਹੁਤ ਛੋਟਾ ਹੁੰਦਾ ਤੇ ਸਜ਼ਾ ਉਹਨੂੰ ਐਡੀ ਵੱਡੀ ਦੇ ਦਿੱਤੀ ਜਾਂਦੀ ਹੈ ਵੀ ਉਹ ਸਾਰੀ ਉਮਰ ਹੀ ਨਹੀਂ ਉਹਦੇ 'ਚੋਂ ਨਿਕਲ ਪਾਉਂਦਾ। ਤੇ ਉਹ ਜਦੋਂ ਉਹਦੇ ਨਾਲ ਕੋਈ ਅਨਿਆਂ ਹੁੰਦਾ ਤਾਂ ਫਿਰ ਉਹ ਨਿਆਂ ਵਾਸਤੇ ਇੱਕ ਨਵਾਂ ਜੁਰਮ ਕਰਦਾ, ਇੱਕ ਨਵੀਂ ਗੱਲ ਕਰਦਾ, ਉਹਦੇ ਅੰਦਰ ਇੱਕ ਬਦਲੇ ਦੀ ਭਾਵਨਾ ਆ ਜਾਂਦੀ ਹੈ ਵੀ ਮੈਂ ਤੇ ਆਹ ਕਰੂੰਗਾ। ਕੁਝ ਕੇਸ ਇਹੋ ਜਿਹੇ ਵੀ ਹੋਏ ਨੇ, ਬਦਲੇ ਦੇ ਵੀ ਹੋਏ। ਮੈਂ ਤੁਹਾਡੀ ਗੱਲ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ। ਸੋ ਇੱਥੇ ਆਉਂਦੀ ਹੈ ਮੇਲ ਈਗੋ। ਸੋ ਜਿਸ ਤਰੀਕੇ ਦੇ ਨਾਲ ਅਗਰ ਕੋਈ ਲੜਕਾ ਹੈ ਉਹਦੀ ਸਿਸਟਰ ਨਾਲ ਜਾਂ ਮਦਰ ਨਾਲ ਕਿਸੇ ਨਾਲ ਵੀ ਰੇਪ ਹੋਇਆ ਤਾਂ ਉਸ ਦੇ ਅੰਦਰ ਇੰਨਾ ਜ਼ਿਆਦਾ ਜਨੂਨ, ਗੁੱਸਾ ਭਰ ਜਾਂਦਾ ਹੈ, ਉਸ ਨੂੰ ਐਵੇਂ ਲੱਗਦਾ ਕਿ ਅਗਰ ਮੇਰੀ ਨਾਲ ਐਵੇਂ ਹੋਇਆ ਮੈਂ ਕਿਸੇ ਦੀ ਨਾਲ ਕਰਾਂ ਜੀ। ਠੀਕ ਹੈ। ਉਹ ਜਿਹੜੀ ਉਹਦੀ ਬਦਲੇ ਦੀ ਭਾਵਨਾ ਹੁੰਦੀ ਹੈ, ਫਿਰ ਕੀ ਹੁੰਦਾ, ਆਪੋਜ਼ਿਟ ਪਾਰਟੀ ਦੇ ਉਹਨਾਂ ਦੇ ਜਿਹੜੇ ਘਰ ਵਿੱਚ ਧੀਆਂ ਭੈਣਾਂ ਹੁੰਦੀਆਂ ਉਹਨਾਂ ਨੂੰ ਉਹ ਮਤਲਬ ਕਿ ਸਰੀਰਕ ਤੌਰ ਤੇ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਨੇ। ਸੋ ਇਹੋ ਜਿਹੇ ਬਦਲੇ ਤੁਹਾਨੂੰ ਕੀ ਲੱਗਦਾ ਕਿ ਜਾਇਜ਼ ਹੈ ਜਾਂ ਕਾਨੂੰਨ ਦੇ ਹੱਥਾਂ ਵਿੱਚ ਗੱਲ ਦੇ ਦੇਣੀ ਚਾਹੀਦੀ ਹੈ? ਇਹ ਗਲਤ ਹੈ। ਬਦਲਾ ਕਿਸੇ ਵੀ ਚੀਜ਼ ਦਾ ਜਿਹੜਾ ਨਾ ਉਹ ਜਿਹੜਾ ਉਹ ਸਾਰਥਕ ਹੱਲ ਨਹੀਂ ਹੈ ਜੀ। ਅਸੀਂ ਭਾਰਤ ਦੇ ਵਸਿੰਦੇ ਹਾਂ ਤੇ ਕਾਨੂੰਨ ਜਿਹੜਾ ਸਾਡਾ ਅਸੀਂ ਉਹਦੇ ਬੱਝੇ ਹੋਏ ਹਾਂ। ਹਰ ਚੀਜ਼ ਜਿਹੜੀ ਹੈ ਉਹ ਕਾਨੂੰਨੀ ਢੰਗ ਨਾਲ ਹੋਵੇ। ਜਿੱਦਾਂ ਦਾ ਕਿ ਇਹਨੇ ਜੁਰਮ ਕੀਤਾ ਉੱਦਾਂ ਦੀ ਉਹਦੀ ਸਜ਼ਾ ਦੀ ਨਿਰਧਾਰਤ ਹੈ। ਠੀਕ ਹੈ। ਗੁੱਸਾ ਜ਼ਰੂਰ ਆਉਂਦਾ ਪਰ ਗੁੱਸੇ ਤੇ ਜਦ ਤੱਕ ਤੁਸੀਂ ਕੰਟਰੋਲ ਨਹੀਂ ਕਰੋਗੇ
ਇਹ ਨਹੀਂ ਵੀ ਕਿਸੇ ਨੇ ਸਾਨੂੰ ਗਾਲ ਕੱਢੀ ਹੈ ਤੇ ਅਸੀਂ ਉਹਨੂੰ ਡਾਂਗ ਮਾਰ ਦਈਏ, ਇਹ ਵੀ ਗਲਤ ਹੈ। ਜੀ ਬਿਲਕੁਲ, ਕਿਉਂਕਿ ਅਸੀਂ ਗਲਤ ਤਰੀਕੇ ਨਾਲ ਕਰਨੀ। ਇੱਕ ਬੰਦੇ ਨੇ ਗਲਤੀ ਕੀਤੀ ਹੈ, ਉਹਦੇ ਵਾਸਤੇ ਸਾਡੇ ਕੋਲ ਸਾਡੇ ਕੋਰਟ ਹੈ, ਸਾਡੇ ਥਾਣੇ ਆ, ਹੋਰ ਸਾਰਾ ਕੁਝ ਹੈ ਜੀ। ਇੱਕ ਵੱਖਰੀ ਗੱਲ ਹੈ ਵੀ ਉਹ ਸਾਡੀ ਸੁਣਵਾਈ ਉੱਥੇ ਹੁੰਦੀ ਹੈ ਜਾਂ ਨਹੀਂ ਹੁੰਦੀ। ਪਰ ਅਸੀਂ ਤਾਂ ਬਾਰ-ਬਾਰ ਕਵਾਂਗੇ ਪ੍ਰਸ਼ਾਸਨ ਨੂੰ ਵੀ, ਅਥਾਰਟੀਜ਼ ਨੂੰ ਵੀ, ਕਾਨੂੰਨ ਨੂੰ ਵੀ ਜਿਹੜੇ ਆਪਣੀਆਂ ਤੁਸੀਂ ਅੱਖਾਂ ਜਿਹੜੀਆਂ ਤੁਹਾਨੂੰ ਸਰਕਾਰੀ ਤੌਰ ਤੇ ਮਿਲੀਆਂ ਹੋਈਆਂ, ਉਹਨਾਂ ਨੂੰ ਇੱਕ ਮਤਲਬ ਪਾਰਦਰਸ਼ੀ ਢੰਗ ਨਾਲ ਜਿਹੜਾ ਉਹ ਇਨਵੈਸਟੀਗੇਟ ਕਰਕੇ ਬਣਦੀ ਸਜ਼ਾ ਉਹਨਾਂ ਨੂੰ ਦਿੱਤੀ ਜਾਵੇ, ਤਾਂ ਕਿ ਲੋਕਾਂ ਦੇ ਅੰਦਰ ਇਹ ਬਦਲੇ ਵਾਲੀ ਭਾਵਨਾ ਹੀ ਨਾ ਪੈਦਾ ਹੋਵੇ। ਜੀ। ਆ ਜਿਹੜੀਆਂ ਹੁਣ ਵੀ ਕਿਸਾਨੀ ਸੰਘਰਸ਼ ਦੇ ਨਾਲ ਨਾ ਹਾਂਜੀ ਇਹ ਘਟਨਾ ਘਟ ਰਹੀਆਂ ਨਾ, ਜੀ। ਕਿਸੇ ਨੂੰ ਕੁੱਟਿਆ ਜਾ ਰਿਹਾ, ਕਿਸੇ ਨੂੰ ਮਾਰਿਆ ਜਾ ਰਿਹਾ, ਕਿਸੇ ਦੇ ਕੱਪੜੇ ਪਾੜੇ ਜਾ ਰਹੇ ਨੇ, ਇਹ ਸਿਰਫ ਉਹਨਾਂ ਦੀ ਇੱਕ ਬਦਲੇ ਦੀ ਭਾਵਨਾ ਹੈ। ਜੀ। ਜੇ ਸਰਕਾਰ ਇਹਨਾਂ ਬੰਦਿਆਂ ਨੂੰ ਬਣਦਾ ਰਾਈਟ ਦੇ ਦੇ, ਜਿਹੜੇ ਕਾਨੂੰਨ ਬਣਾਏ ਨੇ, ਕਾਨੂੰਨ ਬਣਦੇ ਨੇ ਲੋਕਾਂ ਦੇ ਹਿੱਤ ਲਈ, ਜੀ ਕਿ ਲੋਕਾਂ ਨੂੰ ਫਾਇਦਾ ਹੋਵੇ। ਜੇ ਰੇਪ ਦੇ ਖਿਲਾਫ ਕਾਨੂੰਨ ਬਣਿਆ, 376 ਲੱਗੀ, ਉਹਦਾ ਕਾਨੂੰਨ ਬਣਿਆ, ਜਾਂ ਹੋਰ ਜਿਹੜੀਆਂ ਧਾਰਾਵਾਂ ਲੱਗੀਆਂ, ਉਹ ਲੋਕਾਂ ਦੇ ਹਿੱਤ ਲਈ ਹੈ। ਤੇ ਜਦੋਂ ਲੋਕਾਂ ਦੇ ਹਿੱਤ ਦੇ ਵਿੱਚ ਕਾਨੂੰਨ ਬਣੇ, ਉਹਨੂੰ ਸਹੀ ਢੰਗ ਨਾਲ ਲਾਗੂ ਨਹੀਂ ਨਾ ਜਦੋਂ ਹੁੰਦੇ, ਤਾਂ ਲੋਕਾਂ ਦੇ ਵਿੱਚ ਜਿਹੜਾ ਉਹ ਵਿਰੋਧ ਜਿਹੜਾ ਪੈਦਾ ਹੁੰਦਾ। ਇਸੇ ਤਰ੍ਹਾਂ ਹੀ ਜਿਹੜੇ ਵਿਰੋਧ ਹੁਣ ਹੋ ਰਹੇ ਨੇ, ਬਾਕੀ ਉਹਨਾਂ ਸੰਘਰਸ਼ਾਂ ਦੇ, ਬਾਕੀ ਉਹਨਾਂ ਲਹਿਰਾਂ ਦੇ, ਜਾਂ ਬਾਕੀ ਸਾਰੇ ਕੁਛ ਦੇ, ਉਹਦਾ ਪ੍ਰਭਾਵ ਇਹੀ ਹੈ। ਪਰ ਸਾਡੀ ਤਾਂ ਇਹੀ ਹਮੇਸ਼ਾ ਹੀ ਸਮਾਜ ਨੂੰ ਇੱਕੋ ਹੀ ਰਾਏ ਆ ਵੀ ਇਹ ਕੋਈ ਹੱਲ ਨਹੀਂ ਹੈ। ਜੀ। ਹੱਲ ਹੈਗਾ ਤੁਸੀਂ ਆਪਣੀ ਸੋਚ 'ਚ ਤਬਦੀਲੀ ਲਿਆਓ, ਆਪਣੀ ਸੋਚ ਨੂੰ ਵਿਗਿਆਨ ਦੇ ਨਾਲ ਜੋੜੋ, ਵਿਗਿਆਨਕ ਸੋਚ ਦੇ ਧਾਰਨੀ ਬਣ ਕੇ ਹਰ ਚੀਜ਼ ਦੀ ਇਨਵੈਸਟੀਗੇਟ ਕਰੋ, ਆਪਣੇ ਆਲੇ ਦੁਆਲੇ ਨੂੰ ਵੇਖੋ, ਆਪਣੇ ਆਲੇ ਦੁਆਲੇ ਨੂੰ ਵੇਖ ਕੇ ਉਹ ਸਾਰਾ ਕੁਝ ਕਰੋ, ਤਾਂ ਹੀ ਸਾਡੀਆਂ ਧੀਆਂ ਭੈਣਾਂ ਦੀਆਂ ਜਿਹੜੀਆਂ ਇੱਜ਼ਤਾਂ ਨੇ ਉਹ ਸੇਫ ਹੋ ਸਕਦੀਆਂ। ਪਰ ਨਾਲ ਨਾਲ ਸਾਡੀਆਂ ਆਪਣੀਆਂ ਧੀਆਂ ਭੈਣਾਂ ਨੂੰ, ਇਹ ਵੱਖਰੀ ਗੱਲ ਹੈ ਕਿ ਅਸੀਂ ਪੰਜਾਬ ਦੇ ਰਹਿਣ ਵਾਲੇ ਹਾਂ, ਗੁਰੂਆਂ ਪੀਰਾਂ ਦੀ ਧਰਤੀ ਤੇ ਰਹਿਣ ਵਾਲੇ ਹਾਂ, ਅਸੀਂ ਠੀਕ ਆ ਵੈਸਟਰਨਾਈਜ਼ ਪੱਛਮੀ ਕਲਚਰ ਨੂੰ ਅਪਣਾ ਲਿਆ, ਜੀ। ਪਰ ਸਾਡੀਆਂ ਕੁੜੀਆਂ ਧੀਆਂ ਭੈਣਾਂ ਨੂੰ ਐਡਾ ਵੀ ਪੱਛਮੀ ਕਲਚਰ ਨਹੀਂ ਅਪਣਾਉਣਾ ਚਾਹੀਦਾ। ਜੇ ਤੁਸੀਂ ਨਕਲ ਹੀ ਮਾਰਨੇ ਆ, ਜੇ ਤੁਸੀਂ ਵੈਸਟਰਨਾਈਜ਼ ਹੋਣਾ ਹੀ ਆ, ਪੱਛਮੀ ਹੋਣਾ ਹੀ ਆ, ਤੇ ਪੱਛਮੀ ਲੋਕਾਂ ਵਾਂਗੂ ਆਪਣੀ ਸੋਚ 'ਚ ਤਬਦੀਲੀ ਲਿਆਓ। ਜੀ। ਕੱਲੇ ਉੱਥੇ ਕੱਪੜੇ culture, ਪਾਉਣ ਨਾਲ ਹਾਂ। ਹੀ ਬੰਦਾ ਆਪਣਾ ਸੋਚ ਜਿਹੜੀ ਬਹੁਤ ਹੈ ਜ਼ਿਆਦਾ ਉਹ ਵੱਡੀ ਹੋਣੀ ਐਡਵਾਂਸ ਨਹੀਂ ਹੋ ਜਾਂਦਾ। ਹਾਂਜੀ। ਤੁਸੀਂ ਕੱਪੜੇ ਛੋਟੇ ਪਾਉਂਦੇ ਹੋ, ਵੱਡੇ ਪਾਉਂਦੇ ਹੋ, ਕਿਉਂਕਿ ਸਾਡਾ ਕਲਚਰ ਹੈ। ਐਡਵਾਂਸਮੈਂਟ ਥਿੰਕਿੰਗ ਚ ਹੋਣੀ, ਸੋਚ ਵਿੱਚ ਸਾਡੇ ਹੋਣੀ ਜ਼ਰੂਰੀ ਜਦੋਂ ਹੈ। ਤੱਕ ਅਸੀਂ ਸਾਡੀ ਸੋਚ 'ਚ ਐਡਵਾਂਸਪਣਾ ਨਹੀਂ ਆ ਜਾਂਦਾ, ਜੀ। ਪੜ੍ਹ ਲਿਖ ਨਹੀਂ ਜਾਂਦੇ। ਇਹ ਨਹੀਂ ਹੈ ਵੀ ਮੈਂ ਡਿਗਰੀ ਕਰ ਲਈ, ਮੈਂ MBA ਕਰ ਲਈ, ਜਾਂ ਮੈਂ ਕੋਈ PhD ਕਰ ਲਈ ਤੇ ਮੈਂ ਬਹੁਤ ਵਿਦਵਾਨ ਬਣ ਗਿਆ, ਪਰ ਮੇਰੀ ਸੋਚ ਤਾਂ ਫਿਰ ਉੱਥੇ ਦੀ ਰੂੜੀਵਾਦੀ ਖੜੀ ਹੈ, ਵਿਚਾਰਾਂ ਨਾਲ ਖੜੀ ਹੈ, ਉਹ ਧਾਰਮਿਕ ਪ੍ਰਵਿਰਤੀਆਂ 'ਚ ਹੀ ਉਲਝੀ ਹੋਈ ਹੈ। ਇਹ ਹਿੰਦੁਸਤਾਨ ਕਹਿੰਦੇ ਵੀ ਇੱਕ ਮਤਲਬ ਕਹਿਣ ਦਾ ਭਾਵ ਵੀ ਗੁਰੂਆਂ ਪੀਰਾਂ ਭਗਤਾਂ ਭੱਟਾਂ ਤੇ ਸਾਡੇ ਸ਼੍ਰੀ ਰਾਮ ਜੀ ਕ੍ਰਿਸ਼ਨ ਜੀ ਦਾ ਦੇਸ਼ ਹੈ। ਦੂਜਿਆਂ ਦੇਸ਼ਾਂ 'ਚ ਮੈਂ ਜਾ ਕੇ ਵੇਖਿਆ ਸੀ, ਮੈਂ ਕੈਨੇਡਾ ਵੀ, ਆਸਟ੍ਰੇਲੀਆ ਵੀ ਰਿਹਾ, ਸਭ ਕੁਝ ਰਿਹਾ, ਅਸੀਂ ਉੱਥੇ ਲੋਕਾਂ ਦੀ ਸੋਚ ਵੇਖੀ ਆ, ਜੀ। ਕੰਮ 'ਚ ਲੱਗੇ ਨੇ। ਘਟਨਾਵਾਂ ਉੱਥੇ ਵੀ ਘਟਦੀਆਂ ਨੇ, ਇਹ ਨਹੀਂ ਘਟਦੀਆਂ, ਪਰ ਉੱਥੇ ਘਟਨਾਵਾਂ ਦਾ ਮਿਆਰ ਤੇ ਸਾਡੀਆਂ ਘਟਨਾਵਾਂ ਦਾ ਮਿਆਰ ਬਹੁਤ ਵੱਡਾ ਅੰਤਰ ਹੈ। ਉਹਨਾਂ ਦੀ ਸੋਚ ਕਲਚਰ, ਕੰਮ ਦਾ ਕਲਚਰ ਹੈ ਜੀ। ਕੰਮ ਦਾ ਕਲਚਰ ਹੈ ਉਹਨਾਂ 'ਚ, ਸਿੱਖਣ ਦਾ ਕਲਚਰ ਹੈ ਉਹਨਾਂ 'ਚ, ਵਰਕ ਕਰਨ ਦਾ ਕੰਮ ਆ। ਆਸਟ੍ਰੇਲੀਆ ਹੀ ਆ, 200 ਸਾਲ ਹੋਏ ਉਸ ਆਸਟ੍ਰੇਲੀਆ ਨੂੰ ਅਜੇ ਸਾਡੀ ਧਰਤੀ ਤੇ ਜਿਹੜਾ ਉਹਦਾ ਹੋਇਆ ਜਨਮ ਹੋਇਆ, ਹਾਂਜੀ। ਪਰ ਸਾਡੇ ਨਾਲੋਂ 100 ਸਾਲ ਅੱਗੇ ਆ। ਜੀ। ਉਹ ਕਿਸੇ ਨੇ ਕਿਹਾ ਨਹੀਂ ਪਿੱਛੇ ਵੀ ਅਮਰੀਕਾ ਦੀ ਕਿੰਨੀ ਹੈ, ਦੀ ਪਾਪੂਲੇਸ਼ਨ ਕਿੰਨੀ ਹੈ, ਤਾਂ ਬੰਦੇ ਨੇ ਜਵਾਬ ਦਿੱਤਾ ਉਹਦੀ ਪਾਪੂਲੇਸ਼ਨ ਤਾਂ 32-33 ਕਰੋੜ ਹੈ, ਜੀ। ਕਿ 34 ਕਰੋੜ ਹੈ। ਤੇ ਸਾਡਾ ਬੰਦਾ ਕਹਿੰਦਾ ਜੀ 33 ਕਰੋੜ ਤੇ ਹਿੰਦੁਸਤਾਨ 'ਚ ਦੇਵੀ ਦੇਵਤੇ ਹੀ ਹੈ। ਜੀ ਬਿਲਕੁਲ। ਜਿਸ ਦੇਸ਼ 'ਚ 33 ਕਰੋੜ ਦੇਵੀ ਦੇਵਤੇ ਹੋਣ ਤੇ ਉਸ ਦੇਸ਼ ਦੇ ਵਿੱਚ ਇਹੋ ਜਿਹੀਆਂ ਘਟਨਾਵਾਂ ਘਟਣ, ਬਲਾਤਕਾਰ ਹੋਵੇ, ਰੇਪ ਹੋਵੇ ਔਰ ਮਰਡਰ ਹੋਣ, ਸ਼ਰੇਆਮ ਸੜਕਾਂ ਤੇ ਰੁਲਦੀਆਂ ਜਿਹੜੀਆਂ ਉਹ ਲਾਸ਼ਾਂ ਹੋਣ, ਤੇ ਕੁੜੀਆਂ ਨਾਲ ਬੇਪੱਤੀ ਹੁੰਦੀ ਹੋਵੇ, ਉਸ ਦੇਸ਼ ਨੂੰ ਕੀ ਕਹਿ ਸਕਦੇ ਹਾਂ? ਜੀ, ਤੁਹਾਡੀ ਗੱਲ ਤੋਂ ਹੀ ਮੈਨੂੰ ਕੋ ਆਇਆ ਕਿ ਜਿਵੇਂ ਪੰਜਾਬ ਦੇ ਵਿੱਚ, ਪੰਜਾਬ ਨੂੰ ਤਾਂ ਅਸੀਂ ਸੋਨੇ ਦੀ ਚਿੜੀ ਪਹਿਲਾਂ ਕਿਹਾ ਜਾਂਦਾ ਸੀ, ਠੀਕ ਹੈ, ਤੇ ਉਸ ਤੋਂ ਬਾਅਦ ਇਹ ਗੁਰੂਆਂ ਪੀਰਾਂ ਦੀ ਧਰਤੀ ਹੈ। ਸੋ ਗੁਰੂਆਂ ਪੀਰਾਂ ਦੀ ਧਰਤੀ ਤੇ ਵੀ ਅਜਿਹੇ ਗੰਦੇ ਘਟੀਆ ਕਾਰਨਾਮੇ ਹੋਣੇ ਸ਼ੁਰੂ ਹੋ ਗਏ। ਸੋ ਲੇਟੈਸਟ ਜਿਹੜੀਆਂ ਰਿਪੋਰਟਸ ਆਈਆਂ ਨੇ, ਪਹਿਲਾਂ ਤਾਂ ਇੱਕ 5 ਸਾਲ ਦੀ ਬੱਚੀ ਦੇ ਨਾਲ ਰੇਪ ਹੋਇਆ, 30 ਸਾਲ ਦੇ ਬੰਦੇ ਨੇ ਉਸ ਦੇ ਨਾਲ ਰੇਪ ਕੀਤਾ, ਰੇਪ ਕਰਨ ਤੋਂ ਬਾਅਦ ਇੱਕ ਲੱਕੜੀ ਨੂੰ ਉਸਦੇ ਪਰਸਨਲ ਪਾਰਟ 'ਚ ਇਨਸਰਟ ਕਰ ਦਿੱਤਾ, ਐਂਡ ਸੈਕੰਡਲੀ ਇੱਕ 7 ਸਾਲ ਦੀ ਬੱਚੀ ਦੇ ਨਾਲ ਵੀ ਰੇਪ ਹੋਇਆ। ਉਹ ਮਤਲਬ ਕਿ ਬਾਹਰੋਂ ਆਏ ਸੀ, ਉਹ ਯੂਪੀ ਸਾਈਡ ਤੋਂ ਆਏ ਸੀ, ਪੰਜਾਬੀਆਂ ਦੇ ਘਰ 'ਚ ਰਹਿ ਰਹੇ ਸੀ। ਸੋ ਪੰਜਾਬੀ ਤਾਂ ਸ਼ੁਰੂ ਤੋਂ ਹੀ ਇੱਜ਼ਤਾਂ ਢੱਕਦੇ ਆਏ ਨੇ, ਬਟ ਇੱਥੇ ਕੀ ਹੋਇਆ, ਇੱਥੇ ਬਿਲਕੁਲ ਉਲਟ ਹੋ ਗਿਆ।
ਉੱਥੇ ਇੱਕ ਗ੍ਰੈਂਡਫਾਦਰ ਤੇ ਗ੍ਰੈਂਡਸਨ ਨੇ ਦੋਵਾਂ ਨੇ ਮਿਲ ਕੇ ਉਹ ਛੋਟੀ ਜਿਹੀ ਬੱਚੀ ਨਾਲ ਰੇਪ ਕੀਤਾ ਤੇ ਉਸ ਤੋਂ ਬਾਅਦ ਉਹਨੂੰ ਜਿੰਦਾ ਅੱਗ ਲਾ ਕੇ ਸਾੜ ਦਿੱਤਾ। ਸੋ ਇੱਕ ਬੰਦਾ ਗਲਤ ਕਰਦਾ ਪੂਰੀ ਕੌਮ ਤੇ ਦਾਗ ਲੱਗਦਾ ਹੈ। ਬਿਲਕੁਲ ਜੀ ਬਿਲਕੁਲ, ਸਾਰੇ ਕੌਮ ਤੇ ਦੇਸ਼ ਤੇ ਸਾਰੇ ਤੇ ਦਾਗ ਲੱਗਦਾ ਜੀ। ਸੋ ਅੱਗੇ ਤੋਂ ਪੰਜਾਬੀ ਤੇ ਤਾਂ ਕੋਈ ਯਕੀਨ ਨਹੀਂ ਕਰੇਗਾ। ਮੈਨੂੰ ਇੰਨਾ ਪਤਾ ਹੈ ਕਿ ਇੱਕ ਵਾਰ ਇੱਕ ਇੰਟਰਵਿਊ 'ਚ ਸ਼ੇਖਰ ਸੁਮਨ ਨੇ ਵੀ ਕਿਹਾ ਸੀ ਕਿ ਅਗਰ ਕਿਸੇ ਲੜਕੀ ਨੂੰ ਕੋਈ ਕੱਲੀ ਜਾਂਦੀ ਹੋਵੇ ਚਾਹੇ ਫੋਰਨ 'ਚ ਜਾਂ ਇੰਡੀਆ 'ਚ, ਉਸ ਨੂੰ ਅਗਰ ਕੋਈ ਪੰਜਾਬੀ ਮਿਲ ਜਾਏ ਫਿਰ ਆਪਣੇ ਆਪ ਨੂੰ ਪ੍ਰੋਪਰ ਉਹ ਸੇਫ ਫੀਲ ਕਰਦੀ ਹੈ, ਕਿਉਂਕਿ ਪੰਜਾਬੀ ਜਿਹੜੇ ਹੈ ਉਹ ਕੁੜੀਆਂ ਦੀ ਇੱਜ਼ਤਾਂ ਦੀ ਰਾਖੀ ਕਰਦੇ ਨੇ। ਪਰ ਇੱਥੇ ਜਿਹੜਾ ਹੈ ਬਿਲਕੁਲ ਹੀ ਉਲਟ ਹੁੰਦਾ ਜਾ ਰਿਹਾ। ਪੰਜਾਬੀ ਹੀ ਜਿਹੜੇ ਹੈ ਬਹੁਤ ਅਜਿਹੇ ਮਸਲੇ ਹੈਗੇ ਆ ਸਰ, ਹਰ ਰੋਜ਼ ਬਹੁਤ ਕੁਝ ਘਟਨਾਵਾਂ ਵਾਪਰ ਰਹੀਆਂ ਨੇ। ਸੋ ਕਿਹੜੀ ਘਟਨਾ ਨੂੰ ਗਣਾਈਏ, ਕਿਹੜੀ ਛੱਡੀਏ, ਕਿਹੜੀ ਨਾ ਗਣਾਈਏ, ਬਟ ਹੁਣ ਖੁਦ ਹੀ ਸ਼ਰਮ ਮਹਿਸੂਸ ਹੁੰਦੀ ਹੈ ਕਿ ਅਸੀਂ ਵੀ ਪੰਜਾਬ ਦੇ ਰਹਿਣ ਵਾਲੇ ਹਾਂ। ਸਾਡੇ ਪੰਜਾਬੀਆਂ 'ਚ ਤੇ ਖੂਨ 'ਚ ਇਹ ਸਭ ਕੁਝ ਹੈ, ਕਿਉਂਕਿ ਸਾਡਾ ਜਿਹੜਾ ਵਿਰਸਾ ਨਾ ਉਹ ਤਾਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਬਚਾਉਂਦਾ ਰਿਹਾ ਜੀ। ਮੁਗਲ ਆਏ, ਗਜਨੀ ਵਰਗੇ ਆਏ, ਪਹਾੜੀ ਰਾਜੇ ਆਏ, ਔਰੰਗਜ਼ੇਬ ਬਾਦਸ਼ਾਹ ਆਇਆ, ਜਿਹੜੇ ਸਾਡੀਆਂ ਧੀਆਂ ਭੈਣਾਂ ਨੂੰ ਜਾਂ ਮਤਲਬ ਮੁਹੰਮਦ ਗਜਨੀ ਵਰਗੇ ਸਾਡੀਆਂ ਧੀਆਂ ਭੈਣਾਂ ਨੂੰ ਚੁੱਕ ਕੇ ਲੈ ਜਾਂਦੇ ਸੀ। ਜੀ। ਤੇ ਇਹ ਪੰਜਾਬ ਸੀ ਜਿਹੜੇ ਉਹਨਾਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਨੂੰ ਬਚਾਉਂਦੇ ਰਹੇ ਨੇ ਔਰ ਉਹਨਾਂ ਨੂੰ ਰੋਕਦੇ ਰਹੇ ਨੇ। ਇਹ ਅੱਜ ਵੀ ਸਾਡੇ ਖੂਨ 'ਚ ਹੈ ਕਿ ਸਾਡੇ ਸਾਹਮਣੇ ਸਾਡੀ ਕਿਸੇ ਧੀ ਨੂੰ ਕੋਈ ਅੱਖ ਚੁੱਕ ਕੇ ਨਹੀਂ ਵੇਖ ਸਕਦਾ। ਪਰ ਜਿਹੜਾ ਹੁਣ ਦੌਰ ਸ਼ੁਰੂ ਹੋਇਆ, ਇਸ ਦੌਰ 'ਚ ਜਾਂ ਤਾਂ ਉਹਨਾਂ ਸਾਡੀ ਜਿਹੜੀ ਜਵਾਨੀ ਹੈ ਜਾਂ ਸਾਡੇ ਜਿਹੜੇ ਉਹ ਜਿਨ੍ਹਾਂ ਦਾ ਦਿਮਾਗ ਵਹਿਸ਼ਿਆਨਾ ਕੰਮਾਂ 'ਚ ਹੋ ਗਿਆ, ਉਹਨਾਂ ਨੇ ਇਤਿਹਾਸ ਨੂੰ ਪੜ੍ਹਿਆ ਹੀ ਨਹੀਂ ਜੀ, ਜਾਂ ਉਹਦੇ ਬਾਬਿਆਂ ਦਾਦਿਆਂ ਨੇ ਜਾਂ ਉਹਦੇ ਹੋਰ ਵੱਡ ਵਡੇਰਿਆਂ ਨੇ ਉਹਨਾਂ ਨੂੰ ਉਹ ਜਿਹੜੀ ਆ ਗੁੜਤੀ ਦਿੱਤੀ ਨਹੀਂ ਤਾਂ ਇਹੋ ਜਿਹਾ ਦੇਸ਼, ਜਿਸ ਦੇਸ਼ 'ਚ ਗੰਗਾ ਵਹਿੰਦੀ ਹੋਵੇ ਜੀ, ਜਿਸ ਦੇਸ਼ ਜਮਨਾ ਕਹਿੰਦੇ ਵਹਿੰਦੀ ਹੋਵੇ, ਜਿਸ ਦੇਸ਼ ਦੀ ਧਰਤੀ ਜਿਹੜੀ ਹੈ ਉਹ ਗੁਰੂਆਂ ਪੀਰਾਂ ਨੂੰ ਮਤਲਬ ਜਨਮ ਦਿੱਤਾ ਹੋਵੇ, ਤੇ ਜਿਹੜੀ ਜਨਮਦਾਤੀ ਹੈ ਜਿਹਦੇ ਲਈ ਸਾਰਿਆਂ ਗੁਰੂਆਂ ਪੀਰਾਂ ਵਾਲੀ ਔਲੀਆਂ ਨੇ ਸਤਿਕਾਰ ਵਜੋਂ ਉਹਨੂੰ ਦਤਕਾਰ ਦਿੱਤਾ ਹੋਵੇ, ਤੇ ਉੱਥੋਂ ਦੀ ਧੀ ਭੈਣ ਦੀ ਇੱਜ਼ਤ ਰੁਲੇ, ਇਸ ਤੋਂ ਵੱਡਾ ਹੋਰ ਦੁਖਾਂਤ ਕੀ ਹੋ ਸਕਦਾ। ਤੇ ਅਸੀਂ ਸਮਝਾਂਗੇ ਕਿ ਸਾਡਾ ਜਿਹੜਾ ਮਨੁੱਖ ਹੈ ਸਭ ਤੋਂ ਪਹਿਲਾਂ ਉਹ ਇਨਸਾਨ ਬਣੇ। ਜੀ। ਕਈ ਵਾਰ ਨਾ ਮੈਂ ਗੱਲ ਕਹਿੰਦਾ ਹੁੰਦਾ ਵੀ ਇਕੱਠਾਂ ਦੇ ਵਿੱਚ ਨਾ 4 ਬੰਦੇ ਬੈਠੇ ਹੁੰਦੇ ਨੇ, 4 ਬੰਦਿਆਂ 'ਚ ਬਹਿਸ ਚੱਲ ਰਹੀ ਹੁੰਦੀ ਹੈ ਜੀ। ਤੇ ਬਹਿਸ 'ਚ ਹਰ ਬੰਦਾ ਜਾਂ ਤੇ ਸਰਕਾਰ ਨੂੰ ਨਿੰਦਰਿਆ ਹੁੰਦਾ, ਜਾਂ ਕਿ ਕਲਰਕ ਨੂੰ ਨਿੰਦਰਿਆ ਹੁੰਦਾ, ਜਾਂ ਪ੍ਰਸ਼ਾਸਨ ਨੂੰ ਨਿੰਦਰਿਆ ਹੁੰਦਾ, ਜਾਂ ਕੁਛ ਕਰ, ਪਰ ਆਪ ਉਹ 4 ਬੰਦੇ ਕਿਸੇ ਨਾ ਕਿਸੇ ਸਰਕਾਰੀ ਅਦਾਰੇ 'ਚ ਜਾਂ ਕਿਸੇ ਨਾ ਕਿਸੇ ਹੋਰ ਅਦਾਰੇ ਦੇ ਮੈਂਬਰ ਹੁੰਦੇ ਨੇ। ਜੀ ਬਿਲਕੁਲ। ਅਧਿਕਾਰੀ ਵੀ ਹੁੰਦੇ ਨੇ, ਮੁਲਾਜ਼ਮ ਹੁੰਦੇ ਨੇ। ਜਦੋਂ ਤੁਸੀਂ ਉਹਨਾਂ ਕੋਲੇ ਕੰਮ ਕਰਾਉਣ ਜਾਂਦੇ ਹੋ ਜਾਂ ਉਹਨਾਂ ਨੂੰ ਨਿੱਜੀ ਤੌਰ ਤੇ ਜਦੋਂ ਉਹਨਾਂ ਦੀ ਡਿਊਟੀਜ਼ ਹੁੰਦੀਆਂ, ਤੇ ਤੁਸੀਂ ਜਿੰਨਾ ਜੇ ਤੁਸੀਂ ਆਪਣਾ ਕਿਤੇ ਰੈਫਰੈਂਸ ਨਹੀਂ ਦਿੱਤਾ ਕਿ ਮੇਰੀ ਆਹ ਹੈਸੀਅਤ ਹੈ, ਤੇ ਸ਼ਾਇਦ ਤੁਹਾਨੂੰ 50 ਵਾਰ ਤੁਸੀਂ ਸਤਿ ਸ੍ਰੀ ਅਕਾਲ ਉਹਨੂੰ ਬੁਲਾਈ ਜਾਓ, ਉਹ ਮੂੰਹ ਨਹੀਂ ਚੁੱਕੇਗਾ, ਤੁਹਾਡਾ ਜਵਾਬ ਨਹੀਂ ਦੇਗਾ। ਜੀ। ਨਿੰਦਣਾ ਸੌਖਾ ਹੈ, ਪਰ ਕਸੂਰਵਾਰ ਆਪਾਂ ਆ। ਆਪਾਂ ਦੂਜੇ ਸਮਾਜ ਨੂੰ ਤਾਂ ਬੜੀਆਂ ਮਤਲਬ ਡਾਂਝਾਂ ਦਿੰਦੇ ਆ ਕਿ ਫਲਾਣਾ ਆ ਹੋ ਗਿਆ, ਢੀਂਗ, ਆਪਣੇ ਆਪ 'ਚ ਕਿਉਂ ਨਹੀਂ ਸੁਧਾਰ ਕੀਤਾ। ਅੱਜ ਸਵੇਰ ਦੀ ਗੱਲ ਆ, ਮੈਂ ਕੋਈ ਦਫ਼ਤਰ ਕਿਤੇ ਜਾਣਾ ਕੰਮ ਸੀ, ਮੈਨੂੰ ਕੰਮ, ਮੈਂ ਕੰਮ ਚਲ ਗਿਆ, ਅੱਗੇ ਬੰਦਾ ਪਤਾ ਨਹੀਂ ਉਹ ਕਲਾਸ 4 ਸੀ ਕੀ ਸੀ, ਤੇ ਮੈਂ ਉਹਨੂੰ ਜਦੋਂ ਡਾਕੂਮੈਂਟ ਦੇਣੇ ਸੀ ਕੁਛ, ਮੈਂ ਖੜ ਗਿਆ, ਮੈਨੂੰ ਉਹਨੇ 1.5 ਘੰਟਾ ਸਵਾ ਘੰਟਾ ਖਿਲਾਰ ਛੱਡਿਆ, ਫਲਾਣੇ ਨੂੰ ਫੜਾ ਦੇ, ਫਲਾਣਾ ਆਇਆ ਨਹੀਂ, ਆਹ ਕਰਦੇ, ਮੈਂ ਹਰ ਕੇ ਬਹਿ ਗਿਆ। ਤੇ ਜਦੋਂ ਉਹੋ ਜਿਹਾ ਬੰਦਾ ਕਿਤੇ ਪਬਲਿਕ 'ਚ ਬਹਿ ਕੇ ਦੂਜਿਆਂ ਨੂੰ ਨਿੰਦੇਗਾ ਵੀ ਸਿਸਟਮ ਗਲਤ ਆ ਜੀ, ਇੱਥੇ ਆਹ ਹੋ ਰਿਹਾ ਜੀ, ਇੱਥੇ, ਮੈਂ ਕਹਿੰਦਾ ਵੀ ਜਦੋਂ ਜੇ ਹਰ ਬੰਦਾ ਆਪਣੇ ਅੰਦਰ ਝਾਕ ਕੇ ਵੇਖੇ ਵੀ ਜਿਸ ਥਾਂ ਤੇ ਮੈਂ ਬੈਠਾ, ਜੇ ਇਸ ਥਾਂ ਤੇ ਕੋਈ ਹੋਰ ਬਹਿ ਕੇ ਮੈਨੂੰ ਟਰੀਟ ਕਰਦਾ ਤੇ ਮੇਰੇ ਤੇ ਕੀ ਵਿਹਾਰ ਵਾਪਰਦਾ ਜੀ। ਸੋ ਇਸ ਕਰਕੇ ਜਦੋਂ ਤੱਕ ਆਪਾਂ ਆਪਣੇ ਸਮਾਜ 'ਚ ਰਹਿ ਕੇ ਆਪਣੇ ਆਪ 'ਚ ਸੁਧਾਰ ਨਹੀਂ ਕਰਦੇ, ਆਪਣੀ ਨਜ਼ਰ ਦਾ ਜਿਹੜਾ ਫਰਕ ਹੈ ਉਹਨੂੰ ਦੂਰ ਨਹੀਂ ਕਰਦੇ, ਹਰ ਇੱਕ ਨੂੰ ਆਪਣੀ ਧੀ ਭੈਣ ਨਹੀਂ ਸਮਝਦੇ, ਹਰ ਇੱਕ ਨੂੰ ਆਪਣਾ ਨਹੀਂ ਸਮਝਦੇ, ਉਦੋਂ ਤੱਕ ਕਿਸੇ ਨੂੰ ਦੋਸ਼ ਦੇਣਾ ਮੇਰਾ ਖਿਆਲ ਹੈ ਕੋਈ ਬਹੁਤਾ ਵਾਜਬ ਨਹੀਂ। ਸੋ ਮੈਂ ਤਾਂ ਸਮਾਜ ਨੂੰ ਵੀ ਹਮੇਸ਼ਾ ਹੀ ਹਰ ਆਪਣੀ ਚਰਚਾ 'ਚ ਇੱਕ ਗੱਲ ਜ਼ਰੂਰ ਕਰਾਂਗਾ ਕਿ ਅਜੇ ਵੀ ਮੌਕਾ ਸੁਧਰਨ ਦਾ ਜੀ। ਅਸੀਂ ਐਡਵਾਂਸ ਹੋ ਗਏ ਹਾਂ, ਬਹੁਤ ਅੱਗੇ ਚਲੇ ਗਏ ਹਾਂ। ਕਦੇ ਕਿਤੇ ਉਹ ਸੀ ਜਦੋਂ ਸਾਡੀਆਂ ਦਾਦੀਆਂ, ਨਾਨੀਆਂ ਦਾਦੀਆਂ ਚੰਦਰਮਾ ਨੂੰ ਪਾਣੀ ਦਿੰਦੀਆਂ ਸੀ, ਦੀਵੇ ਜਗਾਉਂਦੀਆਂ ਸੀ ਬੜੀਆਂ ਜਾ ਕੁਛ ਕਰਦੇ, ਤੇ ਉਹਨਾਂ ਨੇ ਸੋਚਿਆ ਵੀ ਸਾਡੇ ਆ ਪੁੱਤ ਪੋਤਰੇ ਜਿਹੜੇ ਸਕੂਲ ਕਾਲਜਾਂ 'ਚ ਜਾਣ ਤੇ ਕੁਝ ਸਿੱਖ ਕੇ ਆਉਣ। ਤੇ ਜੇ ਅਸੀਂ ਸਕੂਲਾਂ ਕਾਲਜਾਂ 'ਚ ਜਾ ਕੇ ਫਿਰ ਦਾਦੀਆਂ ਤੇ ਨਾਨੀਆਂ ਵਾਲਾ ਹੀ ਕੰਮ ਰੱਖਿਆ, ਜੇ ਸਾਡੇ ਵਿਚਾਰਾਂ 'ਚ ਰੂੜੀਵਾਦ ਹੀ ਹੈ, ਜੇ ਸਾਡੇ 'ਚ ਉਹੀ ਕੱਟੜਪੁਣਾ ਹੀ ਹੈ, ਧਾਰਮਿਕ ਕੱਟੜਪੁਣਾ ਹੀ ਆ,
ਤੇ ਫਿਰ ਸਾਡੀਆਂ ਨਾਨੀਆਂ ਦਾਦੀਆਂ ਦਾ ਸੁਪਨਾ ਮੈਂ ਕਹਿੰਦਾ ਉਹ ਫੇਲ ਹੈ ਜੀ। ਫਿਰ ਅਸੀਂ ਉਹ ਕੁਛ ਨਹੀਂ ਪੜ੍ਹਿਆ, ਕੁਛ ਨਹੀਂ ਜਾਣਿਆ। ਸਾਨੂੰ ਤਾਂ ਉਹਨਾਂ ਨੇ ਇਹ ਸੋਚਿਆ ਸੀ ਵੀ ਸਾਡੇ ਜਿਹੜੇ ਦੋਤੇ ਪੋਤਰੇ ਨੇ ਇਹ ਕੁਛ ਨਾ ਕੁਛ ਬਣ ਕੇ ਨਿਕਲਣਗੇ, ਸਮਾਜ ਨੂੰ ਕੋਈ ਨਵਾਂ ਦੇਣਗੇ, ਕੋਈ ਨਵੀਂ ਚੀਜ਼ ਦੇਣਗੇ, ਇਹਨੂੰ ਹੋਰ ਅੱਗੇ ਲੈ ਕੇ ਜਾਣਗੇ। ਪਰ ਅਸੀਂ ਤੇ ਨਾਨੀਆਂ ਦਾਦੀਆਂ ਦਾ ਜਿਹੜਾ ਸੁਪਨਾ ਉਹ ਸਾਕਾਰ ਨਹੀਂ ਹੋਣ ਦਿੱਤਾ, ਉਹਨਾਂ ਦੇ ਪਾਣੀ ਫੇਰ ਕੇ ਰੱਖਤਾ ਜੀ। ਸੋ ਇਸ ਕਰਕੇ ਸਾਨੂੰ ਆਪਣੀ ਐਜੂਕੇਸ਼ਨ ਦੇ ਨਾਲ ਨਾਲ ਆਪਣੇ ਅੰਦਰ ਸੁਧਾਰ ਕਰਕੇ ਸਮਾਜ ਦੇ ਅੰਦਰ ਇੱਕ ਨਵੀਂ ਪਿਰਤ ਪਾਉਣੀ ਚਾਹੀਦੀ ਹੈ, ਤਾਂ ਕਿ ਇਹੋ ਜਿਹੀਆਂ ਘਟਨਾਵਾਂ ਜਿਹੜੀਆਂ ਘਟਨਾਵਾਂ ਸਾਡੇ ਜਲੀਲਪੁਣੇ ਦਾ ਨਿਸ਼ਾਨੀਆਂ, ਸਾਡੇ ਕੱਟੜਪੁਣੇ ਦੀ ਨਿਸ਼ਾਨੀਆਂ, ਸਾਡੇ ਵੈਸ਼ਾਨਾ ਜਿਹੜਾ ਸਾਡਾ ਅੰਦਰ ਜਿਹੜਾ ਕਹਿੰਦੇ ਜਿਹਨੂੰ ਕਹਿ ਦਈਏ ਵੀ ਪ੍ਰਵਿਰਤੀ ਜਿਹੜੀ ਜਾਨਵਰ ਪ੍ਰਵਿਰਤੀ ਆ ਗਈ ਹੈ, ਉਹ ਪ੍ਰਵਿਰਤੀ ਦੂਰ ਜਦ ਤੱਕ ਨਹੀਂ ਹੁੰਦੀ ਤਦ ਤੱਕ ਇਹੋ ਜਿਹੀਆਂ ਘਟਨਾਵਾਂ ਜਿਹੜੀਆਂ ਇਕੱਲਾ ਸਰਕਾਰਾਂ 'ਤੇ ਜਾਂ ਕਿਸੇ ਹੋਰ 'ਤੇ ਉਮੀਦ ਕਰਨੀ ਵੀ ਬਹੁਤੀ ਗਲਤ ਹੈ। ਵੀ ਬਹੁਤੀ ਉਮੀਦ ਕਰ ਲਓ, ਤੁਸੀਂ ਆਪ ਸੁਧਾਰ ਕਰ ਲਓਗੇ ਤੇ ਸਾਨੂੰ ਕੋਟਾਂ ਕਚਹਿਰੀਆਂ ਜਾਣ ਦੀ ਲੋੜ ਨਹੀਂ। ਜੇ ਇੱਕ ਪਿੰਡ 'ਚ ਝਗੜਾ ਹੀ ਨਾ ਹੋਵੇ, ਲੜਾਈ ਨਾ ਹੋਵੇ, ਕੁਛ ਨਾ ਹੋਵੇ ਤੇ ਕੀ ਪੁਲਿਸ ਪਿੰਡ 'ਚ ਆਜੂ? ਕੀ ਪਿੰਡ ਦੇ ਲੋਕ ਕਿਤੇ ਕੋਟਾਂ ਕਚਹਿਰੀਆਂ ਚੱਲ ਜਾਣਗੇ? ਇਹ ਕੋਟਾਂ ਕਚਹਿਰੀਆਂ ਵਿਅਰਥ ਹੋ ਸਕਦੀਆਂ ਜੇ ਤੁਸੀਂ ਚਾਹੋ ਤੇ, ਜੇ ਅਸੀਂ ਚਾਹੀਏ ਤੇ ਇਹ ਸਾਰੇ ਕੋਟਾਂ ਕਚਹਿਰੀਆਂ ਦੇ ਸਹਾਰੇ ਜਿਹੜੇ ਉਹ ਬੰਦ ਹੋ ਸਕਦੇ ਨੇ। ਸੋ ਇਸ ਕਰਕੇ ਸਾਨੂੰ ਆਪਣੇ ਆਪ 'ਚ ਸਭ ਤੋਂ ਪਹਿਲਾਂ ਸੁਧਾਰ ਕਰਨਾ ਚਾਹੀਦਾ। ਸਾਡੀ ਨੌਜਵਾਨ ਪੀੜ੍ਹੀ ਨੂੰ, ਸਾਡੀਆਂ ਕੁੜੀਆਂ ਨੂੰ ਐਜੂਕੇਟ ਹੋ ਕੇ, ਇੱਕ ਅੱਛੀ ਐਜੂਕੇਟ ਹੋ ਕੇ, ਆਪਣੇ ਲਿਬਾਸ 'ਤੇ ਧਿਆਨ ਘੱਟ ਦੇ ਕੇ ਆਪਣੇ ਜਿਹੜੇ ਮਾਈਂਡ ਨੂੰ ਮਤਲਬ ਸ਼ਾਰਪ ਕਰਨਾ, ਐਜੂਕੇਸ਼ਨ ਹੋਣੀਆਂ। ਕਿਤਾਬਾਂ ਚੰਗੀਆਂ ਪੜ੍ਹੋ, ਚੰਗੇ ਰਸਾਲੇ ਪੜ੍ਹੋ, ਚੰਗੀ ਸਾਹਿਤ ਦੇਖੋ, ਚੰਗੀਆਂ ਫਿਲਮਾਂ ਵੀ ਹੈਗੀਆਂ, ਚੰਗੇ ਗੀਤ ਵੀ ਹੈਗੇ ਨੇ। ਮੈਂ ਤੁਹਾਡੀ ਗੱਲ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ। ਸੋ ਜਿਸ ਤਰੀਕੇ ਦੇ ਨਾਲ ਸਾਡੇ ਜਿਹੜੇ ਸੀਨੀਅਰ ਪੱਤਰਕਾਰ ਇਹਨਾਂ ਨੇ ਕਿਹਾ ਕਿ ਕੁੜੀਆਂ ਨੂੰ ਆਪਣੇ ਲਿਬਾਸ ਦੀ ਬਜਾਏ ਜਿਹੜਾ ਚੰਗੀ ਐਜੂਕੇਸ਼ਨ, ਚੰਗੇ ਰਾਵਾਂ ਵੱਲ ਜਾਣਾ ਚਾਹੀਦਾ। ਸੋ ਸਰ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ, ਪਰ ਕਿਤੇ ਨਾ ਕਿਤੇ ਜਾ ਕੇ ਜੇਕਰ ਕੁੜੀਆਂ ਨੂੰ ਆਪਣੇ ਲਿਬਾਸ ਦਾ ਧਿਆਨ ਰੱਖਣਾ ਚਾਹੀਦਾ ਹੈ, ਕਿ ਮਰਦਾਂ ਨੂੰ ਵੀ ਆਪਣੀ ਸੋਚ ਦਾ ਧਿਆਨ ਰੱਖਣਾ ਲਾਜ਼ਮੀ ਹੈ। ਬਿਲਕੁਲ ਬਿਲਕੁਲ ਜੀ, ਮਰਦਾਂ ਨੂੰ ਤਾਂ ਜਿਵੇਂ ਰੇਪ ਸਿਰਫ ਉਹੀ ਨਹੀਂ ਹੈ ਜੋ ਅਸੀਂ ਸੁਣਦੇ ਹਾਂ, ਜੋ ਅਸੀਂ ਖਬਰਾਂ 'ਚ ਪੜ੍ਹਦੇ ਹਾਂ ਜਾਂ ਦੇਖਦੇ ਹਾਂ ਕਿ ਉੱਥੇ ਰੇਪ ਹੋਇਆ। ਰੇਪ ਹਰ ਜਗ੍ਹਾ ਤੇ ਹੋ ਰਹੇ ਨੇ। ਇੱਕ ਪਤੀ ਦਾ ਵੀ ਆਪਣੀ ਪਤਨੀ ਦੇ ਨਾਲ ਜਿਹੜਾ ਵਿਦਆਊਟ ਉਹਦੇ ਕੰਸਰਨ ਤੇ ਫਿਜ਼ੀਕਲ ਰਿਲੇਸ਼ਨ ਮੇਨਟੇਨ ਕਰਨਾ, ਦੈਟ ਇਜ਼ ਆਲਸੋ ਕਾਲਡ ਰੇਪ। ਵਰਕ ਪਲੇਸਿਸ ਤੇ ਕੀ ਹੁੰਦਾ ਹੈ, ਜਿਹੜੇ ਸੀਨੀਅਰ ਹੁੰਦੇ ਆ ਜੂਨੀਅਰਸ ਦੇ ਨਾਲ ਜਿਹੜਾ ਹਰ ਤਰੀਕੇ ਦੇ ਨਾਲ ਮੈਂਟਲੀ ਟੌਰਚਰ ਕਰਨਾ ਜਾਂ ਕੁਝ ਵੀ ਹੈ, ਉਹ ਵੀ ਇੱਕ ਰੇਪ ਹੀ ਕਹਾਉਂਦਾ ਹੈ। ਉਹ ਬਿਲਕੁਲ ਬਿਲਕੁਲ ਠੀਕ ਹੈ। ਕਈ ਜਿਹੜੇ ਅੱਜ ਕੱਲ ਕੁੜੀਆਂ ਮੁੰਡੇ ਗਰਲਫ੍ਰੈਂਡ ਬॉयਫ੍ਰੈਂਡ ਨੇ, ਜਿਹੜੇ ਲੜਕੇ ਨੇ ਉਹ ਲੜਕੀਆਂ ਨੂੰ ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਜਿਸ ਦੇ ਨਾਲ ਬਲੈਕਮੇਲ ਕਰਕੇ ਉਹਨਾਂ ਨੂੰ ਡੇਲੀ ਉਹਨਾਂ ਦੇ ਨਾਲ ਫਿਜ਼ੀਕਲ ਰਿਲੇਸ਼ਨ ਬਣਾਉਂਦੇ ਨੇ, ਉਹ ਵੀ ਇੱਕ ਰੇਪ ਹੀ ਕਹਾਉਂਦਾ ਹੈ। ਸੋ ਕੁੜੀਆਂ ਨੂੰ ਜਿਹੜਾ ਇਹਨਾਂ ਸਾਰੀਆਂ ਚੀਜ਼ਾਂ ਦਾ ਡਟ ਕੇ ਮੁਕਾਬਲਾ ਕਰਨਾ ਚਾਹੀਦਾ ਹੈ। ਸਭ ਤੋਂ ਪਹਿਲੀ ਗੱਲ, ਕੁੜੀਆਂ ਨੂੰ ਆਪਣੇ ਪੇਰੈਂਟਸ ਦੇ ਨਾਲ ਹਰ ਇੱਕ ਗੱਲ ਸ਼ੇਅਰ ਕਰਨੀ ਚਾਹੀਦੀ ਹੈ। ਬਾਹਰ ਫਰੈਂਡਸ਼ਿਪ ਕਰਨ ਦੀ ਬਜਾਏ ਆਪਣੀ ਮਦਰ ਨਾਲ ਫਰੈਂਡਸ਼ਿਪ ਕਰੋ। ਆਪਣੇ ਭਰਾ ਨੂੰ ਇੱਕ ਅੱਛਾ ਫਰੈਂਡ ਸਮਝੋ ਜਿਸ ਦੇ ਨਾਲ ਤੁਸੀਂ ਹਰ ਇੱਕ ਗੱਲ ਸ਼ੇਅਰ ਕਰ ਸਕੋ। ਸੈਕੰਡਲੀ, ਕਿਸੇ ਵੀ ਲਾਲਚ ਵਿੱਚ ਆ ਕੇ ਜਿਹੜਾ ਆਪਣਾ ਜਿਸਮ ਦੇ ਨਾਲ ਕਿਸੇ ਨੂੰ ਵੀ ਐਡਾ ਹੱਕ ਨਾ ਦਿਓ ਕਿ ਕੋਈ ਤੁਹਾਡੇ ਜਿਸਮ ਤੱਕ ਆ ਕੇ ਪਹੁੰਚੇ। ਤੇ ਤੀਸਰੀ ਗੱਲ ਇਹ ਹੈ ਕਿ ਹਰ ਕਿਸੇ ਨੂੰ ਇਸ ਚੀਜ਼ ਦਾ ਵਿਰੋਧ ਕਰਨਾ ਚਾਹੀਦਾ ਹੈ ਜਿਹੜੀ ਚੀਜ਼ ਤੁਹਾਡੀ ਇੱਛਾ ਦੇ ਬਿਲਕੁਲ ਅਨੁਕੂਲ ਨਹੀਂ ਹੈ। ਕਿਸ਼ਨ ਜੀ ਤੁਸੀਂ ਬਿਲਕੁਲ ਸਹੀ ਹੈ, ਇਹ ਸਾਡਾ ਹੀ ਫਰਜ਼ ਹੈ, ਆਪਾਂ ਹੀ ਆ, ਆਪ ਦਾ ਫਰਜ਼ ਸਾਡਾ ਹੈ ਕਿ ਆਪਾਂ ਆਪਣੇ ਨੂੰ ਸੇਫ ਕਿਵੇਂ ਕਰਨਾ। ਔਰ ਕੁੜੀਆਂ ਲਈ ਬਹੁਤ ਵਧੀਆ ਤੁਸੀਂ ਜਿਹੜੀ ਉਹ ਸਲਾਹ ਦਿੱਤੀ ਹੈ। ਮੋਸਟਲੀ ਕੀ ਹੁੰਦਾ, ਜਿਹੜਾ ਲੜਕੀ ਹੈ ਨਾ ਜੀ, ਚਾਹੇ ਉਹ ਅਨਮੈਰਿਡ ਹੈ ਮੈਰਿਡ ਹੈ, ਉਹ ਦੂਸਰੇ ਬੰਦੇ ਤੋਂ ਛੇਤੀ ਪ੍ਰਭਾਵਿਤ ਹੋ ਜਾਂਦੀ ਹੈ ਜੀ। ਦੂਸਰਾ ਬੰਦਾ ਚੋਰ ਹੈ, ਠੱਗ ਹੈ, ਉਹ ਮਾੜਾ ਚੰਗਾ ਉਹਨੂੰ ਨਹੀਂ ਪਤਾ ਹੁੰਦਾ, ਪਰ ਉਹਦੀਆਂ ਸਬਜ਼-ਬਾਗ ਗੱਲਾਂ ਦੇ ਵਿੱਚ ਉਹ ਆ ਜਾਂਦੀ ਹੈ। ਇਸੇ ਤਰ੍ਹਾਂ ਹੀ ਕੁਝ ਮੁੰਡੇ ਆ, ਬੰਦੇ ਆ ਜਿਹੜੇ ਉਹ ਲੇਡੀਜ਼ ਦੇ ਵਿਰੋਧੀ ਸੈਕਸ ਦੇ ਜਿਹੜੇ ਉਹ ਪ੍ਰਭਾਵ ਹੇਠ ਆ ਜਾਂਦੇ ਨੇ। ਪਰ ਮੈਂ ਕਹਿੰਦਾ ਵੀ ਇਹ ਗੱਲ ਵੱਖਰੀ ਗੱਲ ਹੈ ਕਿ ਕਿਸੇ ਨਾ ਕਿਸੇ ਦਾ ਮਨ ਜੁੜ ਗਿਆ, ਦਿਲ ਜੁੜ ਗਿਆ, ਪਰ ਦਿਲ ਜੁੜਨ ਦੇ ਨਾਲ ਤੁਸੀਂ ਇਹ ਨਾ ਧੋਖਾਧੜੀ ਨਾ ਕਰੋ, ਕਿਸੇ ਦੀ ਇੱਜ਼ਤ ਨਾਲ ਨਾ ਖੇਡੋ। ਜੋ ਤੁਸੀਂ ਕਿਸੇ ਦੀ ਇੱਜ਼ਤ ਨਾਲ ਖੇਡਦੇ ਹੋ ਤਾਂ ਫਿਰ ਉਹਦੀ ਕੀ ਹਾਲਤ ਹੁੰਦੀ ਹੈ, ਇਹ ਸਾਰਾ ਕੁਝ ਸਾਡਾ ਅਸੀਂ ਪਿੱਛੇ ਬਿਆਨ ਕਰ ਚੁੱਕੇ ਹਾਂ। ਸੋ ਇਸ ਕਰਕੇ ਇਹ ਤੁਹਾਡਾ ਸੁਝਾਅ ਸਮਾਜ ਨੂੰ ਔਰ ਸਾਰਿਆਂ ਨੂੰ ਇੱਕ ਬੜਾ ਵਧੀਆ ਸੁਨੇਹਾ ਹੈ ਜੀ ਵੀ ਤੁਸੀਂ ਪਿਆਰ ਹੀ ਕਰਨਾ ਹੈ। ਤੁਹਾਡੀ ਮਾਂ ਆ, ਤੁਹਾਡਾ ਬਾਪ ਹੈ, ਤੁਹਾਡੀ ਭੈਣ ਹੈ, ਤੁਹਾਡਾ ਭਰਾ ਹੈ, ਹਾਂ ਤੁਹਾਡਾ ਕੋਈ ਫਰੈਂਡ ਹੈ, ਅੱਛੀ ਸੋਚ ਦਾ ਧਾਰਨੀ ਹੈ, ਵਧੀਆ ਹੈ, ਤੇ ਤੁਸੀਂ ਉਹਦੇ ਨਾਲ ਮੁਹੱਬਤ ਕਰੋ। ਪਰ ਮੁਹੱਬਤ ਇੱਦਾਂ ਦੀ ਹੋਵੇ, ਉਹ ਮੁਹੱਬਤ ਇਹ ਜਿਹੜੀ ਆ ਸਰੀਰਕ ਜਿਹੜੀ ਮੁਹੱਬਤ ਹੈ ਉਹ ਮੁਹੱਬਤ ਨਾ ਹੋਵੇ, ਦਿਲੀ ਪਿਆਰ ਹੋਵੇ। ਤੇ ਉਹ ਪਿਆਰ ਹੀ ਸਾਡਾ ਉਹ ਰੱਬ ਵੀ ਜਿਹੜਾ ਨਾ ਉਹਦੇ 'ਚ ਤੁਹਾਡੀ ਮਦਦ ਕਰਦਾ, ਤੁਹਾਨੂੰ ਸਾਥ ਦਿੰਦਾ। ਸੋ ਇਸ ਕਰਕੇ ਇਹ ਇੱਕ ਬੜਾ ਤਗੜਾ ਜਿਹੜਾ ਉਹ ਇਹ ਇਸ਼ੂ ਸੀ ਜਿਹਨੂੰ ਤੁਸੀਂ ਪੜਚੋਲ 'ਚ ਲੈ ਕੇ ਆਏ ਹੋ। ਇੱਦਾਂ ਦੇ ਹੋਰ ਅਜਿਹੀਆਂ ਘਟਨਾਵਾਂ ਘਟਦੀਆਂ ਨੇ, ਹੋਰ ਬਹੁਤ ਕੁਛ ਹੈ ਜਿਹਨੂੰ ਤੁਸੀਂ ਪੜਚੋਲ 'ਚ ਲੈ ਕੇ ਆਓਗੇ। ਸੋ ਇਸ ਕਰਕੇ
ਮੇਰਾ ਤੇ ਸਮਾਜ ਨੂੰ ਇਹੀ ਸਲਾਹ ਹੈ ਕਿ ਜਦੋਂ ਤੱਕ ਤੁਸੀਂ ਮਾਨਸਿਕ ਤੌਰ ਦੇ ਉੱਤੇ ਆਪਣੇ ਆਪ ਨੂੰ ਇੱਕ ਚੰਗੀ ਸੋਚ ਦੇ ਧਾਰਨੀ ਨਹੀਂ ਬਣਾਉਂਦੇ ਉਦੋਂ ਤੱਕ, ਕਿਉਂਕਿ ਮਾਂ-ਬਾਪ ਹੀ ਆਪਣੇ ਬੱਚਿਆਂ ਨੂੰ ਜਿਹੜੀ ਆ ਉਹ ਤਾਲੀਮ ਦਿੰਦੇ ਨੇ। ਮਾਂ-ਬਾਪ ਹੀ ਆਪਣੇ ਬੱਚਿਆਂ ਨੂੰ, ਆਪਾਂ ਕਈ ਜਿਹੜਾ ਖੁਸ਼ ਹੋ ਜਾਂਦੇ ਆ ਸਾਡੇ ਬੱਚਾ ਛੋਟਾ ਉਹ ਮਿੱਡੀ ਪਾ ਕੇ ਆ ਜਾਂਦਾ ਜਾਂ ਛੋਟੇ ਸ਼ਾਰਟ ਸੂਟ ਪਾਉਂਦੇ ਆ ਤੇ ਬੜੇ ਖੁਸ਼ ਹੁੰਦੇ ਆ, ਕਿਉਂਕਿ ਉਹ ਆਪਣੇ ਬੱਚੇ ਦੀ ਮਾਨਸਿਕਤਾ ਨੂੰ ਵਿਗਾੜਨ 'ਚ ਹਿੱਸਾ ਪਾ ਰਹੇ ਨੇ ਜੀ। ਲਿਬਾਸ 'ਚ ਆਪਾਂ ਇਹ ਨਹੀਂ ਕਹਿੰਦੇ ਵੀ ਅੱਜ ਵੈਸਟਰਨਾਈਜ਼ ਲੋਕ ਹੈ, ਬੜੇ ਸਮਾਜ ਬਹੁਤ ਐਡਵਾਂਸ ਹੋ ਗਿਆ, ਬਹੁਤ ਕੁਝ ਹੋ ਗਿਆ, ਪਰ ਉਹਦੇ ਨਾਲ ਸੋਚ ਨੂੰ ਡਿਵੈਲਪ ਕਰੋ। ਮਾਂ-ਬਾਪ ਨੂੰ ਚਾਹੀਦਾ ਬੱਚੇ ਦੀ ਸੋਚ 'ਚ ਤਬਦੀਲੀ ਲਿਆਵੇ, ਬੱਚੇ ਨੂੰ ਇੱਕ ਚੰਗਾ ਸਾਹਿਤ, ਚੰਗੀਆਂ ਫਿਲਮਾਂ, ਚੰਗਾ ਸਾਰਾ ਕੁਝ ਦੇਵੇ। ਸੋ ਇਸ ਕਰਕੇ ਇਹ ਸੁਧਾਰ ਹੋ ਸਕਦਾ ਹੈ ਜੀ। ਮੇਰਾ ਵੀ ਨੌਜਵਾਨ ਪੀੜ੍ਹੀ ਨੂੰ ਇਹੀ ਸੰਦੇਸ਼ ਹੈ ਕਿ ਬਜਾਏ ਤੁਸੀਂ ਅਗਰ ਕਿਸੇ ਨਾਲ ਕੁਝ ਗਲਤ ਹੁੰਦਾ ਹੈ ਦਿਨ ਵੇਲੇ ਜਾਂ ਰਾਤ ਵੇਲੇ ਤਾਂ ਕੈਂਡਲ ਮਾਰਚ ਕਰਦੇ ਨੇ ਤੇ ਬਾਕੀ ਸਮਾਂ ਉਹ ਕੁਝ ਕੁੜੀਆਂ ਦੇ ਨਾਲ ਕਾਫੀ ਗਲਤ ਹਰਕਤਾਂ ਕਰਦੇ ਨੇ। ਸੋ ਇਹੋ ਜਿਹੀ ਕੈਂਡਲ ਮਾਰਚ ਦਾ ਕੀ ਫਾਇਦਾ ਜਿਸ ਦੇ ਨਾਲ ਕਿ ਕਿਸੇ ਦੀ ਜ਼ਿੰਦਗੀ ਚਲੀ ਜਾਵੇ। ਇੱਕ ਕੁੜੀ ਦੀ ਇੱਜ਼ਤ ਹੀ ਉਹਦੀ ਜ਼ਿੰਦਗੀ ਹੁੰਦੀ ਹੈ, ਜੇ ਉਹੀ ਚਲੀ ਗਈ ਤੇ ਇਕੱਲੀ ਇੱਕ ਕੁੜੀ ਹੀ ਨਹੀਂ ਜਾਂਦੀ, ਉਸਦਾ ਪਰਿਵਾਰ ਹੀ ਉਸੇ ਵਕਤ ਉਸ ਦੇ ਨਾਲ ਹੀ ਮਰ ਜਾਂਦਾ ਹੈ ਜੀ। ਠੀਕ ਹੈ, ਸੋ ਨੌਜਵਾਨ ਪੀੜ੍ਹੀ ਨੂੰ ਇਹੀ ਸੰਦੇਸ਼ ਹੈ ਮੇਰਾ ਕਿ ਆਪਣੀ ਮੇਲ ਈਗੋ ਛੱਡ ਕੇ ਵੂਮਨ ਦੀ ਰਿਸਪੈਕਟ ਕਰਨਾ ਸਿੱਖੋ। ਜਦ ਤੱਕ ਤੁਸੀਂ ਇੱਕ ਔਰਤ ਲੜਕੀ ਦੀ ਰਿਸਪੈਕਟ ਨਹੀਂ ਕਰੋਗੇ, ਆਪਣੀ ਮੈਂਟੈਲਿਟੀ ਨੂੰ ਚੇਂਜ ਨਹੀਂ ਕਰੋਗੇ, ਆਪਣੀ ਸੋਚ ਨੂੰ ਅੱਗੇ ਨਹੀਂ ਵਧਾਓਗੇ, ਮਾਨਸਿਕਤਾ ਵਿੱਚ ਸੁਧਾਰ ਨਹੀਂ ਲੈ ਕੇ ਆਓਗੇ, ਉਦੋਂ ਤੱਕ ਇਹੋ ਜਿਹੇ ਜਿਹੜੇ ਮਸਲੇ ਹੈ ਇਹ ਹੱਲ ਨਹੀਂ ਹੋਣੇ ਹੈ। ਅੱਜ ਕਿਸੇ ਇੱਕ ਨਾਲ ਹੋਇਆ, ਕੱਲ ਉਹ ਕਿਸੇ ਹੋਰ ਨਾਲ ਹੋਏਗਾ। ਸੋ ਬਜਾਏ ਕਿ ਕੈਂਡਲ ਮਾਰਚ ਦੇ ਵਿੱਚ ਸ਼ਾਮਿਲ ਹੋਣਾ, ਕੁੜੀਆਂ ਦੀ ਇੱਜ਼ਤ ਕਰਨਾ ਸਿੱਖੋ ਤਾਂ ਕਿ ਕੈਂਡਲ ਮਾਰਚ ਕੱਢਣ ਦੀ ਨੌਬਤ ਹੀ ਨਾ ਆਏ ਜੀ। ਸੋ ਅਸੀਂ ਇਸੇ ਤਰੀਕੇ ਨਾਲ ਤੁਹਾਡੇ ਅੱਗੇ ਹੋਰ ਵੀ ਨਵੇਂ-ਨਵੇਂ ਮੁੱਦੇ ਲੈ ਕੇ ਆਵਾਂਗੇ। ਸੋ ਸਾਡਾ ਤੁਸੀਂ ਪ੍ਰੋਗਰਾਮ ਜਿਹੜਾ ਲਗਾਤਾਰ ਦੇਖਦੇ ਰਹੋ ਤੇ ਤੁਸੀਂ ਸੁਝਾਅ ਵੀ ਦਿੰਦੇ ਰਹੋ ਕਿ ਤੁਹਾਨੂੰ ਸਾਡਾ ਪ੍ਰੋਗਰਾਮ ਜਿਹੜਾ ਪੜਚੋਲ ਹੈ ਕਿਸ ਤਰੀਕੇ ਦਾ ਲੱਗਿਆ, ਜਾਂ ਤੁਸੀਂ ਕੋਈ ਆਪਣਾ ਸਲਾਹ ਦੇਣਾ ਚਾਹੁੰਦੇ ਹੋ ਸਾਨੂੰ ਇਸ ਦੇ ਵਿੱਚ, ਅਸੀਂ ਹੋਰ ਮਤਲਬ ਕਿ ਕਿਹੜੇ ਮੁੱਦਿਆਂ ਨੂੰ ਲੈ ਕੇ ਆਈਏ। ਸੋ ਅਸੀਂ ਤੁਹਾਡੇ ਨਾਲ ਜੁੜੇ ਰਹਾਂਗੇ। ਸੋ ਲੈਲ ਸਰ, ਮੈਂ ਤੁਹਾਡਾ ਬਹੁਤ-ਬਹੁਤ ਥੈਂਕਸ ਕਰਦੀ ਹਾਂ ਕਿ ਤੁਸੀਂ ਪ੍ਰੋਗਰਾਮ ਵਿੱਚ ਆਏ, ਤੁਸੀਂ ਜੁੜੇ, ਤੁਸੀਂ ਆਪਣੇ ਸੁਝਾਅ ਦਿੱਤੇ। ਸੋ ਥੈਂਕ ਯੂ ਸੋ ਮਚ। ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਜੀ, ਤੁਸੀਂ ਮੈਨੂੰ ਇਹ ਮੌਕਾ ਦੇ ਕੇ ਸਮਾਜ ਦੇ ਅੰਦਰ ਦਰਸ਼ਕਾਂ ਸਾਹਮਣੇ ਪੇਸ਼ ਕੀਤਾ। ਸੋ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ। ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ।